खैर विरोधियों ਨੂੰ ਤਾਂ ਮੌਕਾ ਮਿਲਿਆ ਹੋਇਆ ਹੈ। ਇੱਕ ਪਾਸੇ ਕਨਫਿਊਜ਼ਨ ਵਾਲੀ ਸਥਿਤੀ ਹੈ, ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ, ਸਵਾਲਾਂ ਦੇ ਜ਼ਰੀਏ ਜਵਾਬ ਲੈਣ ਦੀ ਕੋਸ਼ਿਸ਼ ਹੋਏਗੀ। ਪਰ ਦੂਜੇ ਪਾਸੇ ਵਿਰੋਧੀ ਅਕਾਲੀ ਦਲ ਤੇ ਬੀਜੇਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਘੇਰ ਰਹੇ ਨੇ। ਸੁਖਬੀਰ ਬਾਦਲ ਨੇ ਥੋੜੀ ਦੇਰ ਪਹਿਲਾਂ ਇੱਕ ਟਵੀਟ ਕੀਤਾ, ਟਵੀਟ ਦੇ ਵਿੱਚ ਇੱਕ ਪੋਸਟਰ ਸ਼ੇਅਰ ਕੀਤਾ, ਉਹ ਤੁਹਾਨੂੰ ਦਿਖਾਉਂਦੇ ਆ। ਸੁਖਬੀਰ ਬਾਦਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉੱਤੇ ਪੋਸਟਰ ਦੇ ਜ਼ਰੀਏ ਵਾਰ ਕੀਤਾ। ਪੋਸਟਰ ਬਹੁਤ ਅਹਿਮ ਹੈ, ਜਾਂ ਕਹੀਏ ਕਿ ਬਹੁਤ ਵੱਖਰੇ ਤਰੀਕੇ ਨਾਲ ਬਣਾਇਆ ਗਿਆ। ਤੇ ਇਸ ਟਵੀਟ ਦੇ ਵਿੱਚ ਲਿਖਿਆ ਗਿਆ, ਦਿੱਲੀ ਤੋਂ ਲਗਾਮ ਖਿੱਚੇ ਜਾਣ ਤੇ ਕਠਪੁਤਲੀਆਂ ਵਾਂਗ ਕਰਦੇ ਨੇ ਡਾਂਸ ਦਿੱਲੀ ਦੇ ਪੁੱਤ। ਥੋੜਾ ਜਿਹਾ ਧਿਆਨ ਨਾਲ ਦੇਖੋ ਪੋਸਟਰ ਇੱਕ ਵਾਰੀ, ਬਿਲਕੁਲ ਜੇ ਅਸੀਂ ਪੂਰਾ ਪੋਸਟਰ ਦਿਖਾ ਸਕੀਏ, ਉੱਤੇ ਵਾਲਾ ਹਿੱਸਾ ਵੀ। ਨੈਟਫਲਿਕਸ ਅੱਜ ਕੱਲ੍ਹ ਬਹੁਤ ਚਰਚਾ ਦੇ ਵਿੱਚ ਹੈ, ਅਸੀਂ ਉੱਪਰ ਵੀ ਹਟਾ ਦਾਂਗੇ ਇੱਕ ਵਾਰ ਜੋ ਅਸੀਂ ਟੈਕਸਟ ਉੱਪਰ ਆ ਰਿਹਾ। ਬਿਲਕੁਲ ਹੁਣ ਸਕਰੀਨ ਦੇ ਉੱਤੇ ਤੁਹਾਡੇ ਆ ਉੱਪਰ ਨੈਟਫਲਿਕਸ ਨਾਲ ਨੂੰ ਪੜਿਓ, ਉਹ ਲਿਖਿਆ ਹੋਇਆ ਨੇਤਾ ਫਿਕਸ ਪ੍ਰੈਜ਼ੈਂਟਸ, ਨੇਤਾ ਫਿਕਸ ਪ੍ਰੈਜ਼ੈਂਟਸ ਪੁੱਤ ਦਿੱਲੀ ਦੇ। ਤਸਵੀਰਾਂ ਕਿਹਨਾਂ ਦੀ ਲੱਗੀਆਂ ਨੇ? ਇੱਕ ਪਾਸੇ ਹੈ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ, ਯਾਨੀ ਕਿ ਦਿੱਲੀ ਦੀ ਲੀਡਰਸ਼ਿਪ। ਤੇ ਉਸ ਤੋਂ ਨੀਚੇ ਹੇਠਾਂ ਤੁਸੀਂ ਦੇਖੋ ਪੰਜਾਬ ਦੀ ਲੀਡਰਸ਼ਿਪ, ਆਮ ਆਦਮੀ ਪਾਰਟੀ ਤੇ ਕਾਂਗਰਸ ਦੀ। ਪ੍ਰਤਾਪ ਬਾਜਵਾ, ਰਾਜਾ ਵੜਿੰਗ ਤੁਹਾਨੂੰ ਨਜ਼ਰ ਆ ਰਹੇ ਨੇ, ਸੁਖਜਿੰਦਰ ਸਿੰਘ ਰੰਧਾਵਾ ਨਜ਼ਰ ਆ ਰਹੇ ਨੇ, ਭਗਵੰਤ ਮਾਨ ਤੇ ਹਰਪਾਲ ਚੀਮਾ ਆਮ ਆਦਮੀ ਪਾਰਟੀ ਤੋਂ ਨਜ਼ਰ ਆ ਰਹੇ ਨੇ। ਤਾਂ ਅੱਜ ਚਰਚਾ ਇਸ ਦੇ ਉੱਤੇ ਹੋਏਗੀ। ਇੱਕ ਤਸਵੀਰ ਤੁਸੀਂ ਦੇਖ ਚੁੱਕੇ ਹੋ, ਸਵਾਲਾਂ ਦੀ ਤਾਂ ਬਹੁਤ ਸਾਰੀ ਭਰਮਾਰ ਹੈ ਤੇ ਇਸ ਵਿਚਾਲੇ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ, ਖਾਸ ਤੌਰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਕਾਂਗਰਸ ਦੇ ਵਰਕਰ ਨੇ, ਉਹ ਸਮਝਣਾ ਚਾਹੁੰਦੇ ਨੇ ਕਿ ਹੁਣ ਇਕੱਠੇ ਚੋਣ ਲੜ ਰਹੇ ਹੋ ਕਿ ਨਹੀਂ ਲੜ ਰਹੇ, ਹੁਣ ਗੱਲ ਬਣ ਗਈ ਹੈ ਜਾਂ ਨਹੀਂ ਬਣੀ ਹੈ। ਅੱਜ ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਅਹਿਬਾਲ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਰਾਏ ਸਿੰਘ ਗੁੱਜਰ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕरेंगे। ਰਾਏ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ। ਦਿਆਲ ਸਿੰਘ ਸੋਢੀ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੋਢੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਹਰਜੀਤ ਭੁੱਲਰ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਜੁੜਨਗੇ। ਅਸੀਂ ਸ਼ੁਰੂਆਤ ਕਰਦੇ ਹਾਂ ਚਰਚਾ ਦੀ ਆਮ ਆਦਮੀ ਪਾਰਟੀ ਤੋਂ। ਅਹਿਬਾਬ ਗਰੇਵਾਲ ਜੀ, ਉਮੀਦ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੋਏਗੀ। ਮੈਂ ਸਵਾਲ ਦੀ ਸ਼ੁਰੂਆਤ ਪ੍ਰੋਗਰਾਮ ਦਾ ਜੋ ਅੱਜ ਅਸੀਂ ਨਾਮ ਰੱਖਿਆ ਉੱਥੋਂ ਹੀ ਸਮਝਾ ਦਿਓ ਲੋਕਾਂ ਨੂੰ, ਤੁਹਾਡੇ ਵਰਕਰਾਂ ਨੂੰ ਜਾਂ ਕਾਂਗਰਸ ਵਾਲਿਆਂ ਨੂੰ ਜਾਂ ਪੰਜਾਬ ਦੇ ਵੋਟਰਾਂ ਨੂੰ। ਸ਼ੁਰੂਆਤ ਉੱਥੇ ਹੀ, ਇਹ ਗੱਲ ਬਣੀ ਹੈ ਜਾਂ ਨਹੀਂ ਬਣੀ ਹੈ? ਗੜਜੋੜ ਨੂੰ ਲੈ ਕੇ ਪਿਕਚਰ ਕਲੀਅਰ ਕਰ ਦਿਓ ਕਿ ਗੱਲ ਬਣ ਗਈ ਪੰਜਾਬ ਦੇ ਵਿੱਚ ਜਾਂ ਨਹੀਂ ਬਣੀ ਹੈ। ਗੌਰਵ ਜੀ, ਪਹਿਲਾਂ ਦੋ ਚੀਜ਼ਾਂ ਸਪਸ਼ਟ, ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ, ਗੋਆ ਦੇ ਵਿੱਚ, ਗੁਜਰਾਤ ਦੇ ਵਿੱਚ ਕੋਈ ਸੀਟ ਸ਼ੇਅਰਿੰਗ ਨਹੀਂ। ਨੋ ਸੀਟ ਸ਼ੇਅਰਿੰਗ ਵਿਦ ਦ ਕਾਂਗਰਸ, ਪਹਿਲੀ ਗੱਲ। ਚਲੋ ਠੀਕ ਹੈ। ਹੁਣ ਮੈਂ ਰਾਸ਼ਟਰੀ ਭੂਮਿਕਾ ਬੰਦਾ 2014 ਜਿੱਥੇ ਇਕਨੋਮੀ ਸੀ, ਅੱਜ ਉਹ ਤੋਂ 8% ਥੱਲੇ ਹੈ। ਅੱਜ ਦੇਸ਼ ਦਾ ਸਿਰਫ 10% ਬੰਦਾ 25,000 ਤੋਂ ਉੱਤੇ ਮਹੀਨੇ ਦਾ ਕਮਾ ਰਿਹਾ। ਸੋਚ ਕੇ ਦੇਖੋ, ਤੁਸੀਂ ਜਦੋਂ ਸੜਕ ਤੇ ਜਾਂਦੇ ਹੋ, ਹਰ 10ਵਾਂ ਬੰਦਾ ਜਿਹੜਾ 25,000 ਰੁਪਏ ਮਹੀਨੇ ਤੋਂ ਉੱਤੇ ਕਮਾ ਰਿਹਾ, ਹੋਰ ਕੋਈ ਪੈਸੇ ਨਹੀਂ ਕਮਾ ਰਿਹਾ ਇਹਨੇ। ਅੱਜ ਦੇਸ਼ ਦੀ ਅਰਥ ਵਿਵਸਥਾ ਐਂਡ ਦੇਸ਼ ਦੇ ਜਿਹੜੇ ਇਕਨੋਮਿਕ ਇੰਡੀਕੇਟਰਸ ਨੇ, ਉਹ ਸਬ ਸਹਾਰਨ ਅਫਰੀਕਾ, ਜਿਹੜਾ ਸਹਾਰਾ ਤੋਂ ਥੱਲੇ ਅਫਰੀਕਾ, ਉਹਦੇ ਬਰਾਬਰ ਜਿਹੜਾ ਦੁਨੀਆ ਦਾ ਸਭ ਤੋਂ ਗਰੀਬ ਇਲਾਕਾ ਹੈ। ਚਲੋ, ਸਭ ਤੋਂ ਵੱਧ ਧਰਤੀ ਤੇ ਜਿੰਨੇ ਗਰੀਬ ਨੇ, ਜਿੰਨੇ ਵਿਚਾਰੇ ਭੁੱਖ ਮਰੇ ਨੇ, ਹਿੰਦੁਸਤਾਨ 'ਚ ਨੇ। ਇਹ ਰਿਕਾਰਡ UN ਦਾ ਡੇਟਾ, ਭਾਰਤ ਸਰਕਾਰ ਦਾ ਡੇਟਾ ਇੱਕ ਪਾਸੇ। ਦੂਜੇ ਪਾਸੇ ਕੀ ਹੈ? हिंदू खतरे में, सिख खतरे में, मुसलमान खतरे में, सारे पासे जाओ, लड़ाइयां पवाओ, असी जी बुलडोजर लेके आ गए, असी फलाना ढा दांगे, असी फलाना बना लांगे। सब तो वड्डी गल है कि देश का सत्यानाश मार के, देश के अपने दोस्तों नूं देश बेच के अरबां, ऑलमोस्ट 20,000 करोड़ रुपया, 20 लाख करोड़ 20 ਲੱਖ ਕਰੋੜ ਰੁਪਇਆ ਇੰਡਸਟਰੀਲਿਸਟ ਨੂੰ ਦੇ ਕੇ, ਮਾਫ ਕਰਕੇ, ਦੇਸ਼ ਦੇ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ 3 ਲੱਖ ਕਰੋੜ ਆ। ਸਮਝ ਕੇ ਦੇਖੋ, ਉਹ ਦੇ ਕੇ ਮੋਦੀ ਜੀ ਕਹਿ ਰਹੇ ਹੈ ਕਿ ਪਰਿਵਾਰਵਾਦ ਸੇ ਲੜਨਾ ਹੈ। ਹੁਣ ਮੋਦੀ ਜੀ ਦੇ ਨਾਲ 36 ਪਾਰਟੀਆਂ ਸੀ, ਉਹਨਾਂ ਚੋਂ 16 ਪਾਰਟੀਆਂ ਨੇ ਕੋਈ ਚੋਣ ਨਹੀਂ ਲੜੀ। ਉਹਨਾਂ ਤੋਂ 16 ਪਾਰਟੀਆਂ ਨੇ ਕੋਈ ਬੰਦਾ ਲੋਕ ਸਭਾ 'ਚ ਖੜਾ ਨਹੀਂ ਕੀਤਾ। ਜਿਹੜੀਆਂ 9 ਨੇ ਖੜਾ ਕੀਤਾ, ਉਹਨਾਂ ਦੇ ਪੱਲੇ ਕੱਖ ਨਹੀਂ ਪਿਆ। ਜਿਹੜੀਆਂ 8 ਨੇ ਖੜਾ ਕੀਤਾ, ਉਹਨਾਂ 'ਚੋਂ 6 'ਚ ਇੱਕ ਬੰਦਾ, ਬਾਕੀਆਂ 'ਚ ਜਿਹੜੇ ਚਿਰਾਗ ਪਾਸਵਾਨ ਵਰਗੇ ਪਰਿਵਾਰਵਾਦ ਵਾਲੇ ਹੈ, ਜੇ ਅਨੁਪ੍ਰਿਆ ਪਟੇਲ, ਚਿਰਾਗ ਪਾਸਵਾਨ, ਜਿਹੜੇ ਵੀ ਐਨਡੀਏ ਦੇ ਬੰਦੇ ਕੱਲ ਮੋਦੀ ਜੀ ਨਾਲ ਖੜੇ ਸੀ, ਜੇ ਦੇਖ ਲਓ, ਉਹ ਸਾਰੇ ਪਰਿਵਾਰ ਵਾਲੇ ਆ। ਹੁਣ ਪੰਜਾਬ ਤੇ ਆ ਜੀ, ਪੰਜਾਬ ਦੀ ਗੱਲ ਇਹ ਹੈ ਸਰ, ਕਾਂਗਰਸ, ਅਕਾਲੀ, ਭਾਜਪਾ ਚਿੰਤਾ ਨਾ ਕਰਨ, ਆਮ ਆਦਮੀ ਪਾਰਟੀ ਅਲੱਗ ਲੜੂਗੀ। ਇਹਨਾਂ ਨੇ ਕਿਹਾ ਨਾ, ਇਹਨੇ 5 ਮੰਤਰੀ ਦਿੱਤੇ, ਇੰਨਾ ਦਿੱਤਾ। ਅਸੀਂ ਕਹਿ ਰਹੇ ਵੀ ਜਿਹਨੇ ਵੀ ਪੰਜਾਬ ਨਾਲ ਧਰੋ ਕਮਾਇਆ ਅੰਦਰ ਦੇਵਾਂਗੇ। ਪੰਜਾਬ 'ਚ ਸਾਡਾ ਤੁਹਾਡੇ ਨਾਲ ਕੋਈ ਗੱਠਜੋੜ ਨਹੀਂ, ਇਹ ਨੈਸ਼ਨਲੀ ਐਗਜ਼ਾਮਪਲ ਹੋ ਚੁੱਕਾ। ਹੁਣ ਇਹ ਗੱਠਜੋੜ ਹੋਇਆ ਕਿਉਂ ਹੈ? ਇਹ ਹੋਇਆ ਤਾਂ ਹੈ
ਕਿਉਂਕਿ ਜਿਹੜੇ ਲੋਕ ਇਹ ਕਹਿੰਦੇ, ਤੁਸੀਂ ਆਵਾਜ਼ ਆਪਾਂ ਪੰਜਾਬ 'ਚ ਸੁਣੀ ਆ, ਓਵੈਸੀ ਹੋਣੀ ਹੈਦਰਾਬਾਦ ਮਾਰ ਰਹੇ ਆ, ਉਹ ਕੋਈ ਮੱਧਿਆ ਪ੍ਰਦੇਸ਼ 'ਚ ਮਾਰਦਾ, ਕਿਤੇ ਹਿੰਦੂ ਰਾਸ਼ਟਰ ਬਣ ਜਾਵੇ, ਖਾਲਿਸਤਾਨ ਬਣ ਜਾਵੇ। ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸੀਗੇ, ਗੁਰੂ ਗੋਬਿੰਦ ਸਿੰਘ ਜੀ ਹਿੰਦ ਦੇ ਪੀਰ ਸੀ ਕਿ ਹਿੰਦ ਨੂੰ ਨਹੀਂ ਟੁੱਟਣ ਦੇਣਾ, ਅਸੀਂ ਨਹੀਂ ਟੁੱਟਣ ਦੇਵਾਂਗੇ। ਇਹਨਾਂ ਦੀ ਕਰ ਕਰਕੇ ਇੱਕ ਵਾਰੀ ਟੁੱਟ ਗਿਆ, ਅਸੀਂ ਬਿਗਰ ਪਰਪਸ ਦੀ ਇਕੱਠੇ ਹੋਏ ਹਾਂ। ਹੁਣ ਰਹੀ ਅਕਾਲੀ ਦਲ ਦੀ ਗੱਲ, ਜਿਹੜੇ ਕਹਿੰਦੇ ਆ ਕਿ ਉੱਤੋਂ ਲਗਾਮ ਚੱਲ ਰਹੀ ਹੈ, ਉਹ ਭਾਈ ਸਾਹਿਬ ਤੁਹਾਡੇ ਵੱਡੇ ਭਰਾਵਾਂ ਨੇ ਤਾਂ 14 ਸਾਲ ਤੁਹਾਨੂੰ ਐਸਜੀਪੀਸੀ ਤੇ ਬਿਠਾਈ ਰੱਖਿਆ, 14 ਸਾਲ ਦੇ ਕਾਬਜ ਹੋਏ ਹੋ ਤੁਸੀਂ ਸਿੱਖ ਪੰਥ ਤੇ। ਤੁਸੀਂ ਜਵਾਬ ਸਾਰਿਆਂ ਦੇ ਦੇਣੇ ਹੋਣਗੇ, ਤੁਸੀਂ ਮੈਂ ਇੱਕੋ ਸਾਰ ਦੇ ਵਿੱਚ, ਪਰ ਮੈਂ ਬਹੁਤ ਛੋਟਾ ਜਿਹਾ ਜਵਾਬ ਦਿਓ ਪਲੀਜ਼। ਮੈਂ ਛੋਟਾ ਜਿਹਾ ਸਵਾਲ ਪੁੱਛੂੰਗਾ, ਗਠਜੋੜ ਦਾ ਮਤਲਬ ਕੀ ਹੈ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਗਠਜੋੜ ਦਾ ਮਤਲਬ ਪੰਜਾਬੀਆਂ ਨੂੰ ਇਹ ਮੈਸੇਜ ਹੈ ਕਿ ਧਰਮ ਦੀ ਰਾਜਨੀਤੀ ਕਰਨ ਵਾਲੇ, ਕਿਉਂਕਿ ਦੇਖੋ ਧਰਮ ਦੀ ਰਾਜਨੀਤੀ ਸ਼ੁਰੂ ਕਾਂਗਰਸ ਨੇ ਕੀਤੀ, ਰਾਮ ਮੰਦਿਰ 84 ਸਾਰੇ ਦੰਗੇ ਕਾਂਗਰਸ ਨੇ ਕਰਾਏ, ਪਰ ਹੁਣ ਇਹਨਾਂ ਨੂੰ ਅਕਲ ਆ ਗਈ। ਠੀਕ ਹੈ, ਮੈਂ ਹੋਰ ਥੋੜਾ ਜਿਹਾ ਸਪੈਸੀਫਿਕ ਕਰਦਾ, ਗਰੇਵਾਲ ਸਾਹਿਬ ਥੋੜੇ ਇੱਕ ਵਾਰੀ ਸੁਣ ਲਓ। ਠੀਕ ਹੈ, ਕਿਸੇ ਵੋਟਰ ਨੂੰ ਲੱਗ ਰਿਹਾ ਕਿ ਇੰਡੀਆ ਜਿਹੜਾ ਇਹ ਬਣਿਆ ਗਠਜੋੜ ਵਧੀਆ, ਹੁਣ ਵੋਟ ਕਿਹਨੂੰ ਕਰੇ? ਆਮ ਆਦਮੀ ਪਾਰਟੀ ਨੂੰ ਕਰੇ, ਕਾਂਗਰਸ ਨੂੰ ਕਰੇ? ਵੋਟ ਉਹਨੂੰ ਕਰੇ ਜਿਹੜਾ ਇਹਨਾਂ ਨੂੰ ਲੱਗਦਾ ਕਿ ਮਿਹਨਤ ਮਾਰ ਰਿਹਾ, ਜਾਨ ਮਾਰ ਰਿਹਾ ਤੁਹਾਡੇ ਲਈ, ਜਿਹੜਾ ਭ੍ਰਸ਼ਟਾਚਾਰੀ ਦੇ ਪਿੱਛੇ ਜਾ ਰਿਹਾ, ਜਿਹੜਾ ਧਰਮ ਜਾਂ ਜਾਤ ਦੀ ਰਾਜਨੀਤੀ ਨਹੀਂ ਕਰਦਾ। ਬਟ ਹੈਵਿੰਗ ਸੈਡ ਦੈਟ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਅੱਜ ਦੀ ਡੇਟ 'ਚ ਕਾਂਗਰਸ ਕਿਉਂਕਿ 52-53 ਤੇ ਆ ਗਈ ਸਰ, ਤੁਸੀਂ ਪੋਜੀਸ਼ਨ ਸਮਝੋ। they are not above anybody, they are first among equals। ਇਹਨਾਂ ਨੂੰ ਸਮਝ ਆ ਗਿਆ ਕਿ, ਪਰ ਦੇਸ਼ ਨੂੰ ਸਮਝ ਆਇਆ ਕਿ ਜੇ ਅਸੀਂ ਆਪਣੀ ਸੰਵਿਧਾਨ ਨੂੰ, ਆਪਣੇ ਸੈਕੂਲਰ ਕੈਰੈਕਟਰ ਨੂੰ ਬਚਾਉਣਾ, ਜੇ ਅਸੀਂ ਆਪਣੇ ਦੇਸ਼ 'ਚ ਹਰ ਰੋਜ਼ ਜਿਹੜੀ ਇਹ ਗੰਦਗੀ ਧਰਮ ਦੇ ਨਾਂ ਤੇ ਪੈਂਦੀ ਹੈ ਇਹਨੂੰ ਰੋਕਣਾ, ਜਿਹੜੇ ਹਿੰਦੂ ਮੁਸਲਿਮ ਹੋਰ ਹੁੰਦਾ ਉਹਨੂੰ ਬੰਦ ਕਰਨਾ, ਜਾਂ ਹਿੰਦੂ ਸਿੱਖ ਰੋਜ਼ ਹੁੰਦਾ, ਹਿੰਦੂ ਕ੍ਰਿਸਚਨ ਹੁੰਦਾ। ਬਟਵਾਰੇ ਹੋ ਗਏ ਸਰ, ਮਨੀਪੁਰ 'ਚ ਬਟਵਾਰਾ ਹੋ ਗਿਆ, ਹਿੰਦੂਆਂ ਤੇ ਕ੍ਰਿਸਚਨਾਂ ਦਾ ਬਟਵਾਰਾ ਹੋ ਗਿਆ ਮਨੀਪੁਰ 'ਚ। ਜੇ ਇਹ ਰੋਕਣਾ ਤਾਂ ਇਕੱਠੇ ਹੋਣਾ ਪੈਣਾ, ਇਹਦੇ ਲਈ ਇਕੱਠੇ ਹੋਣਾ। ਮੈਂ ਤੁਹਾਨੂੰ ਫਿਰ ਦੁਬਾਰਾ ਉਹੀ ਕਹਿ ਰਿਹਾ ਕਿ ਉਸ ਸਵਾਲ ਦੇ ਉੱਤੇ ਹੁਣ ਵੀ ਬਰਕਰਾਰ ਜ਼ਰੂਰ ਰਹੂੰਗਾ ਕਿ ਵਾਕਈ ਤੁਹਾਨੂੰ ਲੱਗਦਾ ਨਹੀਂ ਕਿ ਲੋਕੀ ਕਨਫਿਊਜ਼ਨ ਦੇ ਵਿੱਚ ਹੋਣਗੇ, ਪੰਜਾਬ ਦੇ ਹੋਣ, ਦਿੱਲੀ ਦੇ ਹੋਣ, ਗੁਜਰਾਤ ਦੇ ਹੋਣ, ਜਾਂ ਫਿਰ ਗੋਆ ਦੇ ਹੋਣ? ਸਰ ਤੁਸੀਂ ਜਵਾਬ ਦੇ ਲਿਓ, ਥੋੜਾ ਜਿਹਾ ਵੇਟ ਕਰਿਓ, ਤੁਹਾਡੀ ਗੱਲ ਆ ਗਈ। ਆਪਣੇ ਹੋਣਗੇ, ਕੋਈ ਕਨਫਿਊਜ਼ਨ ਨਹੀਂ ਜੀ। ਠੀਕ ਹੈ, ਮੈਂ ਸਮਝਣਾ ਤੁਹਾਡੀ ਗੱਲ। ਮੈਂ ਇੱਕ ਵਾਰੀ ਰੁਕ ਕਰ ਲਵਾਂ ਬਾਕੀ ਸਾਰੇ ਮਹਿਮਾਨਾਂ ਦਾ। ਸਾਡੇ ਨਾਲ ਰਾਜ ਸਿੰਘ ਗੁੱਜਰ ਜੀ ਜੁੜ ਰਹੇ ਨੇ, कांग्रेस ਨੂੰ रिप्रेजेंट कर रहे हैं। सर उम्मीद है मेरी आवाज आप तक पहुंच रही होगी। आप बता दीजिए क्या फॉर्मूला है इस गठबंधन का? क्या वाकई इसी तरीके से है जिस तरीके से आम आदमी पार्टी बोल रही है कि अपने अपने उम्मीदवार लेकिन है गठबंधन में, हर जगह पर दोनों पार्टियों के उम्मीदवार लेकिन है गठबंधन में, तो ये थोड़ा समझ से बाहर हो जाता है ना कि फिर गठबंधन कैसा हुआ? देखिए, जिस प्रकार आज भारतवर्ष में देश की जो वर्तमान परिस्थितियां हैं, इन परिस्थितियों में हम समझते हैं कि वर्तमान स्वरूप में जो देश के अंदर जो 70 साल में कांग्रेस ने बनाया है, उस 70 साल को 9 वर्ष के अंदर भाजपा और इसके सहयोगी दलों ने से लूट, अहंकार, सत्ता के मध्यचूर होकर इन्होंने हर प्रकार से देश को तहस नहस करने का जो परिणाम आपके सामने रखा है, उसके लाभ आज देश के अंदर जो सामूहिक रूप से, व्यापक रूप से देश की व्यवस्था को समझते हुए, देश के हालात को समझते हुए जो दल इकट्ठे हुए हैं, उनकी एक ऐसा उद्देश्य है कि इस प्रकार हमने, आप याद रखना कि इस प्रकार 300 वर्ष पहले जब अंग्रेजों का शासन था, तो अंग्रेजों के शासन के खिलाफ कांग्रेस की विचारधारा के अंतर्गत देश की आजादी की लड़ाई लड़ी गई। उस समय भी विभिन्नता के साथ देश के अलग अलग क्षेत्रों से, अलग अलग विचारों से, अलग अलग मुहिम को लेकर इस प्रकार देश की सामूहिक रूप से जातियों ने, धर्मों ने, विभिन्न प्रकार के प्रांत के लोगों ने इस प्रकार देश की लड़ी थी, उसी उद्देश्य को लेकर आज 70 साल के नवनिर्माण के बाद जो 9 वर्ष के शासन में जिस प्रकार भाजपा और उसके सहयोगियों ने लूटने का प्रयास किया है, उसके खिलाफ एक लड़ाई है। उस लड़ाई को लड़ने के लिए आज हम व्यापक रूप से, सामूहिक रूप से, हमारे नेतृत्व ने, कांग्रेस की विचारधारा ने, कांग्रेस के नेता ने, आपका जो एजेंडा है, मैं आपको इसलिए बीच में रोक रहा हूं कि ये पूरी चीजें लोगों को क्लियर है, उनको कोई इसमें कोई कंफ्यूजन नहीं है, उनको क्लियर है कि आप क्या कहना चाह रहे हैं, ये पूरा गठबंधन किस लाइन के ऊपर बन रहा है, क्यों बन रहा है। लेकिन कंफ्यूजन इस बात के ऊपर है कि अब सीट शेयरिंग होगी कि नहीं होगी। क्या हरियाणा में, पंजाब में सीट शेयरिंग होने जा रही है कांग्रेस और आम आदमी पार्टी के बीच या नहीं? यही लोग समझना चाहते हैं कि क्या हरियाणा की 10 सीटों पर, पंजाब की 13 सीटों के ऊपर सभी कांग्रेस के और आम आदमी पार्टी के उम्मीदवार नजर आएंगे या नहीं आएंगे? देखिए, बड़ा अच्छा सवाल आपने किया है। आप समझते हैं कि अगर जनता समाज और लोग, भारतवर्ष के लोग ये समझ चुके हैं कि जो इंडिया शब्द हमारे बीच में आया है वो देश की खुशहाली को लेकर, देश की
जो शासन आने वाला है उसके लिए है, तो बड़ा एक स्वाभाविक प्रश्न आता है कि क्या चुनाव मिलकर लड़ेंगे, चुनाव में किस प्रकार की परिस्थितियां होंगी, ये बड़ा स्पष्ट है। मैं अपने आम आदमी पार्टी के ग्रेवाल जो हमारे प्रवक्ता महोदय हैं, मैं उनसे स्वीकृति नहीं रखता, क्योंकि वो जानते होंगे किस प्रकार से गठबंधन की सीटें होंगी। लेकिन जहां तक मेरा जो अनुभव है, जो राजनीतिक रूप से हमारा जो उद्देश्य है कि ये जो सीटों का है में किस प्रकार का चुनाव, कहां पर सीटों का बंटवारा होगा, ये हमारे राष्ट्रीय नेतृत्व को देखना है। मैं किसी भी एक मत को लेकर यहाँ पर नहीं कह सकता हरियाणा में इतने चुनाव होगा, ये केंद्रीय नेतृत्व का फैसला होगा। जिन नेताओं ने देश की इस वर्तमान परिस्थितियों में एक आम व्यक्ति को, आप किसी वर्ग उठा के देख लो, किसान, मजदूर, व्यापारी, युवा, महिला, किसी भी क्षेत्र उठा के देख लो, भाजपा ने ठीक है, थोड़ा सा डिस्टर्बेंस आपके नेटवर्क का भी इशू लग रहा है। एक बार मैं अपनी टीम को कहूंगा कि दोबारा हम आपको स्काइप के जरिए जुड़े हुए हैं, राय सिंह गुर्जर जी, उनको दोबारा जोड़ लें। ठीक है, आपका पॉइंट आ गया सर। दरअसल आपकी आवाज बहुत क्लियर मेरे पास नहीं पहुंच रही है, इसलिए मैं आपको बीच में भी रोक रहा हूं। आपका वो पॉइंट आ गया कि अगर सीटों की शेयरिंग को लेकर बहुत क्लियर है कि हाईकमान फैसला करेगा। मैं आपके पास दोबारा आऊंगा, एक बार हमारी टीम आपसे दोबारा संपर्क करती है, आपकी और आवाज क्लियर आई, लोगों तक पहुंचे, ये कोशिश रहेगी। ਇਸ ਵਿਚਾਲੇ ਸਾਡਾ ਹਰਜੀਤ ਭੁੱਲਰ ਜੀ ਵੀ ਜੁੜ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਭੁੱਲਰ ਸਾਹਿਬ ਬਹੁਤ ਬਹੁਤ ਸਵਾਗਤ ਹੈ, ਮੈਂ ਤੁਹਾਡਾ ਰੁਖ ਕਰਾਂਗਾ, ਪਰ ਪਹਿਲਾਂ ਦਿਆਲ ਸਿੰਘ ਸੋਢੀ ਜੀ। ਸੋਢੀ ਸਾਹਿਬ, ਤੁਹਾਡੇ ਵਿਰੋਧੀ ਬਹੁਤ ਇਕੱਠੇ ਹੋ ਗਏ ਆ, ਪਰ ਕਹਿੰਦੇ ਪੰਜਾਬ ਦੇ ਵਿੱਚ ਇਲੈਕਸ਼ਨ ਅਸੀਂ ਇਸ ਤਰੀਕੇ ਨਾਲ ਹੀ ਲੜਾਂਗੇ ਜਿਵੇਂ ਮੌਜੂਦਾ ਸਮੇਂ ਦੇ ਵਿੱਚ ਲੜਦੇ ਆਏ ਆ, 2022 2019 2014 17 ਜਿਸ ਤਰੀਕੇ ਨਾਲ ਲੜੇ ਨੇ ਉਸ ਤਰੀਕੇ ਨਾਲ ਹੀ ਲੜਾਂਗੇ। ਗੌਰਵ ਜੀ, ਜਿਸ ਵਿਸ਼ੇ ਤੇ ਆਪਾਂ ਡਿਬੇਟ ਕਰ ਰਹੇ ਹਾਂ ਜੀ, ਕੱਲ ਵੀ ਤੁਹਾਡੇ ਇਸ ਚੈਨਲ ਦੇ ਉੱਪਰ ਡਿਬੇਟ ਕਰਨ ਦਾ ਮੌਕਾ ਮਿਲਿਆ ਸੀ। ਮੈਂ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਇਹ ਇਕੱਲਾ ਪੰਜਾਬ ਹੀ ਨਹੀਂ ਹੈ, ਬਲਕਿ ਪੱਛਮੀ ਬੰਗਾਲ ਦੇ ਵਿੱਚ ਦੀ ਉੱਥੋਂ ਦੀ ਕਾਂਗਰਸ ਇਕਾਈ ਔਰ ਸੀਪੀਆਈ ਦੀ ਇਕਾਈ ਨੇ ਕਹਿ ਦਿੱਤਾ ਹੈ ਕਿ ਅਸੀਂ ਪੱਛਮੀ ਬੰਗਾਲ ਦੇ ਵਿੱਚ ਕੋਈ ਸੀਟਾਂ ਦੀ ਵੰਡ ਨਹੀਂ ਕਰਾਂਗੇ। ਇਸੇ ਤਰ੍ਹਾਂ ਦਿੱਲੀ ਦੀ ਜਿਹੜੀ ਕਾਂਗਰਸ ਦੀ ਇਕਾਈ ਹੈ, ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਦਿੱਲੀ ਦੇ ਵਿੱਚ ਕੋਈ ਜਿਹੜੀ ਹੈਗੀ ਆ ਸੀਟਾਂ ਦੀ ਵੰਡ ਨਹੀਂ ਕਰਾਂਗੇ। ਤੇ ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖ ਹੀ ਲਿਆ ਕਿ ਕਾਂਗਰਸ ਦੇ ਪ੍ਰਧਾਨ ਤੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਵਿਧਾਨ ਸਭਾ 'ਚ ਬਾਜਵਾ ਸਾਹਿਬ, ਉਹਨਾਂ ਨੇ ਵੀ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਅਸੀਂ ਸੀਟਾਂ ਦੀ ਵੰਡ ਨਹੀਂ ਕਰਾਂਗੇ। ਹੁਣ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਇਲੈਕਸ਼ਨ ਆਉਂਦਾ, ਸੁਭਾਵਿਕ ਹੈ ਗੱਠਜੋੜ ਕੀਤੇ ਜਾਂਦੇ ਨੇ, ਤੇ ਗੱਠਜੋੜ ਉਹ ਇਲੈਕਸ਼ਨ ਲੜਨ ਲਈ ਕੀਤੇ ਜਾਂਦੇ ਨੇ, ਸੀਟਾਂ ਦੀ ਵੰਡ ਕੀਤੀ ਜਾਂਦੀ ਹੈ। ਲੇਕਿਨ ਮੈਂ ਇੱਕ ਗੱਲ ਗਰੇਵਾਲ ਸਾਹਿਬ ਨੂੰ ਕਲੀਅਰ ਕਰ ਦਿਆਂ ਕਿ ਗਰੇਵਾਲ ਸਾਹਿਬ, ਤੁਹਾਡੀ ਲੋਕ ਸਭਾ ਦੇ ਵਿੱਚ ਇੱਕ ਮੈਂਬਰ ਵਾਲੀ ਪਾਰਟੀ ਹੈ। ਤੁਹਾਡੀ ਜਿਹੜੀ ਪਾਰਟੀ ਹੈ, ਤੁਹਾਡਾ ਜਿਹੜਾ ਵਜੂਦ ਹੈ, ਅਸੀਂ ਮੰਨਦੇ ਹਾਂ ਕਿ ਦਿੱਲੀ 'ਚ ਤੁਹਾਡੀ ਮੌਜੂਦਾ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਤੁਹਾਡੀ ਮੌਜੂਦਾ ਸਰਕਾਰ ਹੈ ਜੀ। ਕੇਵਲ 2 ਰਾਜਾਂ ਦੇ ਵਿੱਚ ਤੁਹਾਡੇ ਐਮਐਲਏ ਹੋਣ ਕਰਕੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਲੋਕ ਸਭਾ ਦੇ ਵਿੱਚ ਸੀਟਾਂ ਜਿੱਤ ਸਕਦੇ ਹਾਂ। ਲੇਕਿਨ ਜਿੱਥੇ ਤੁਸੀਂ ਸਰਕਾਰ ਦੇ ਵਿੱਚ ਹੁੰਦਿਆਂ ਹੋਇਆਂ ਸੀਟਾਂ ਦੀ ਵੰਡ ਵਾਸਤੇ ਤੁਹਾਡਾ ਰੌਲਾ ਪਿਆ ਹੋਇਆ ਹੈ, ਤੁਸੀਂ ਆਪ ਕਹਿ ਰਹੇ ਹੋ ਕਿ ਅਸੀਂ ਸੀਟਾਂ ਦੀ ਵੰਡ ਨਹੀਂ ਕਰਾਂਗੇ, ਤੇ ਫਿਰ ਤੁਸੀਂ ਉੱਥੋਂ ਕੀ ਆਸ ਰੱਖੋਗੇ? ਤੇ ਤੁਹਾਡੀ ਜਿਹੜੀ ਹੋਰ ਤੱਕ ਤੇ ਸਰਕਾਰ ਹੈ ਨਹੀਂ ਜੀ। ਗੁਜਰਾਤ ਦੇ ਵਿੱਚ ਤੁਹਾਨੂੰ ਮੂੰਹ ਦੀ ਖਾਣੀ ਪਈ ਹੈ, ਕਰਨਾਟਕਾ ਦੇ ਵਿੱਚ ਤੁਹਾਨੂੰ ਮੂੰਹ ਦੀ ਖਾਣੀ ਪਈ ਹੈ, ਹਿਮਾਚਲ ਦੇ ਵਿੱਚ ਤੁਹਾਨੂੰ ਮੂੰਹ ਦੀ ਖਾਣੀ ਪਈ ਹੈ। ਸੋਢੀ ਸਾਹਿਬ, ਜੇ ਇਕੱਠੇ ਹੋ ਗਏ, ਦੇਖੋ ਗੱਲ ਇਹ ਹੈ ਕਿ ਜੇ ਇਕੱਠੇ ਹੋ ਗਏ ਸਾਰੇ ਇਹ ਜਿਹੜੀਆਂ ਵਿਰੋਧੀ ਪਾਰਟੀਆਂ, ਤੁਹਾਡੀਆਂ ਵਿਰੋਧੀ ਪਾਰਟੀਆਂ ਨੇ, ਤਾਂ ਫਿਰ 5-5 2-2 4-4% ਦੇ ਨਾਲ ਅੰਕੜਾ ਬਹੁਤ ਵੱਡਾ ਬਣ ਜਾਣਾ ਹੈ। ਗੌਰਵ ਜੀ, ਮੈਂ ਜਿਹੜਾ ਇਲੈਕਸ਼ਨ ਹੈ ਹਮੇਸ਼ਾ ਮੁੱਦਿਆਂ ਤੇ ਲੜਿਆ ਜਾਂਦਾ ਹੁੰਦਾ ਹੈ। ਇਹ ਜਿਹੜਾ ਗੱਠਜੋੜ ਹੈ, ਇਹ ਗੱਠਜੋੜ ਕੋਈ ਲੋਕਤੰਤਰ ਨੂੰ ਬਚਾਉਣ ਲਈ, ਸੰਵਿਧਾਨ ਨੂੰ ਬਚਾਉਣ ਲਈ ਜਾਂ ਡੈਮੋਕ੍ਰੇਸੀ ਨੂੰ ਬਚਾਉਣ ਲਈ ਨਹੀਂ ਹੈ ਜੀ। ਇਹ ਲੋਕਤੰਤਰ, ਇਹ ਜਿਹੜਾ ਗੱਠਜੋੜ ਹੈ, ਇਹਨਾਂ ਦੀ ਮਜਬੂਰੀ ਹੈ। ਇਹ ਗੱਠਜੋੜ ਇੱਕ ਪਰਿਵਾਰਾਂ ਨੂੰ ਬਚਾਉਣ ਵਾਸਤੇ। ਅੱਜ ਤੁਸੀਂ ਇੱਕ ਗੱਲ ਦੇਖੋ, ਬੀਜੇਪੀ ਨੂੰ ਲੱਗ ਰਿਹਾ ਨਾ ਸਰ, ਬੀਜੇਪੀ ਨੂੰ ਇਹ ਲੱਗ ਰਿਹਾ ਹੈ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸੰਵਿਧਾਨ ਨੂੰ ਬਚਾਉਣ ਵਾਸਤੇ, ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਇਹ ਗੜਜੋੜ ਕਰ ਰਹੇ ਹਾਂ, ਜੋ ਜ਼ਰੂਰੀ ਹੈ ਸਿਧਾਂਤਿਕ ਤੌਰ ਦੇ ਉੱਤੇ। ਜੇ ਦੇਸ਼ ਦੇ ਵਿੱਚ ਲੋਕਤੰਤਰ ਬਚਿਆ ਹੋਇਆ ਹੈ ਜੀ, ਤੇ ਕਰਨਾਟਕਾ 'ਚ ਕਾਂਗਰਸ ਦੀ ਜਿੱਤ ਕਿਵੇਂ ਹੋ ਗਈ? ਹਿਮਾਚਲ ਦੇ ਵਿੱਚ ਕਾਂਗਰਸ ਕਿਵੇਂ ਜਿੱਤ ਗਈ? ਜਾਂ ਆਮ ਆਦਮੀ ਪਾਰਟੀ ਮੈਂਬਰ ਪਾਰਲੀਮੈਂਟ ਦਾ ਬਾਈ ਇਲੈਕਸ਼ਨ ਪੰਜਾਬ 'ਚ ਕਿਵੇਂ ਜਿੱਤ ਗਈ? ਲੋਕਤੰਤਰ ਦਾ ਬਚਿਆ ਹੋਇਆ ਹੈ। ਲੇਕਿਨ ਇਹ ਆਪਣੇ ਆਪ ਨੂੰ ਬਚਾਉਣ ਲਈ ਇਹ ਕਹਿੰਦੇ ਨੇ, ਮੈਂ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਲੋਕਾਂ ਦੀ ਹਰ ਸਹੂਲਤ ਗਰਾਊਂਡ ਲੈਵਲ ਤੱਕ ਪਹੁੰਚਦੀ ਕੀਤੀ ਹੈ। ਸਿੱਧੇ ਖਾਤਿਆਂ 'ਚ ਪੈਸੇ ਪਾਏ ਨੇ, ਲੋਕਾਂ ਨੂੰ ਲਾਭ ਦਿੱਤਾ ਹੈ। ਨਹੀਂ, ਤੁਹਾਨੂੰ ਆਮ ਆਦਮੀ ਪਾਰਟੀ ਵੀ ਉੱਥੇ ਹੀ ਲੱਗ ਰਹੀ ਹੈ, ਤੁਹਾਨੂੰ ਆਮ ਆਦਮੀ ਪਾਰਟੀ ਵੀ ਉੱਥੇ ਹੀ ਲੱਗ ਰਹੀ ਹੈ ਕਿ ਖੁਦ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਦਿੱਲੀ 'ਚ, ਪੰਜਾਬ 'ਚ ਫੁੱਲ ਮੈਜੋਰਟੀ ਦੇ ਨਾਲ ਸਰਕਾਰ 'ਚ। ਤੁਸੀਂ ਇੱਕ ਗੱਲ ਦੇਖੋ ਗੌਰਵ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ
ਕਿ ਇਹ ਜਿਹੜਾ ਕੇਵਲ ਆਰਡੀਨੈਂਸ ਦੀ ਹਮਾਇਤ ਲਈ ਹੀ ਗੱਠਜੋੜ ਹੈ, ਜਦੋਂ ਕਿ ਸੀਟਾਂ ਦੀ ਵੰਡ ਲਈ ਗੱਠਜੋੜ ਨਹੀਂ ਹੈ। ਔਰ ਮੈਂ ਤੁਹਾਨੂੰ ਅੱਜ ਬੜੇ ਵਿਸ਼ਵਾਸ ਨਾਲ ਕਹਿਣਾ ਗੱਲ ਤੁਹਾਡੇ ਚੈਨਲ ਤੇ, ਸਭ ਤੋਂ ਪਹਿਲਾਂ ਜਦੋਂ ਗੱਠਜੋੜ ਦੇ ਵਿੱਚੋਂ ਵਾਪਸ ਕੋਈ ਹੋਊਗਾ ਤੇ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਚਲੋ ਮੈਂ ਇੱਕ ਵਾਰੀ ਜਵਾਬ ਲੈ ਲਵਾਂ। ਮੈਂ ਭੁੱਲਰ ਜੀ ਦਾ ਰੁਖ ਕਰਨਾ ਹੈ, ਸਾਡੇ ਨਾਲ ਹਰਜੀਤ ਭੁੱਲਰ ਜੀ ਵੀ ਜੁੜੇ ਹੋਏ ਨੇ। ਅਹਿਬਾਬ ਗਰੇਵਾਲ ਜੀ ਬਹੁਤ ਛੋਟਾ ਜਿਹਾ ਜਵਾਬ, ਕਹਿੰਦੇ ਜੇ ਗੱਠਜੋੜ ਤੋਂ ਸਭ ਤੋਂ ਪਹਿਲਾਂ ਕੋਈ बैकआउट करेगा तो आम आदमी पार्टी होएगी। सर जी 4 साल बाद एनडीए किने बुलाई, ਅਸੀਂ ਤਾਂ ਵੈਸੇ ਹੀ ਗੱਲ ਕੀਤੀ ਸੀ, ਮਜਬੂਰੀ ਜੀ ਦੀ ਹੋਊਗੀ ਪਹਿਲੀ ਗੱਲ। ਦੂਜੀ ਗੱਲ, ਦੇਸ਼ ਦੇ ਵਿੱਚ ਬਚਾ ਕੀ ਰਹੇ ਆ, ਚੀਫ ਇਨਫੋਰਮੇਸ਼ਨ ਕਮਿਸ਼ਨਰ, ਸੀਬੀਆਈ, ਈਡੀ, ਸਭ ਦੇ ਹੈਡਸ ਦੀ ਐਸੀ ਤੈਸੀ ਉਹਨਾਂ ਨੂੰ ਕੰਟਰੋਲ ਕਰਨ ਲਈ ਇਹ ਜਿਹੇ ਲਾਜ਼ ਪਾਸ ਕੀਤੇ ਸੁਪਰੀਮ ਕੋਰਟ ਦੇ ਬਾਵਜੂਦ, ਜਿਹੜੇ ਲੋਕਾਂ ਨੂੰ ਸਸ਼ਕਤ ਕਰਦੇ ਸੀ, ਇਹਨਾਂ ਨੇ ਕੀਤੇ। ਸੁਪਰੀਮ ਕੋਰਟ ਤੇ ਹਮਲਾ ਕੀਤਾ, ਚੀਫ ਜਸਟਿਸ ਸਾਹਿਬ ਕਹਿ ਚੁੱਕੇ ਆ। ਅੱਛਾ, ਸਾਡੇ ਕੋਲ ਲੋਕ ਸਭਾ ਚ ਕੋਈ ਨਹੀਂ ਨਾ ਸਰ, ਸਾਡੇ ਕੋਲ ਰਾਜ ਸਭਾ ਚ ਸੈਕੰਡ ਲਾਰਜੈਸਟ 10 ਨੇ, ਲੋਕ ਬੋਲ ਪਏ, ਤੁਹਾਡੀਆਂ ਲੱਤਾਂ ਤਾਂ ਕੰਬਦੀਆਂ ਨੇ। ਹੁਣ ਜਿਹੜੇ ਗੱਠਜੋੜ ਦੀ ਤੁਸੀਂ ਗੱਲ ਕਰ ਰਹੇ ਹੋ 24 ਚ ਤਾਂ ਕੀਤਾ ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਅਸੀਂ ਇੱਕ ਸੋਚ ਦੇ ਖਿਲਾਫ ਹਾਂ, ਪਰ ਵੱਡਾ ਈਵਲ ਜਿਵੇਂ ਦੇਸ਼ 47 ਚ ਵੰਡਿਆ ਗਿਆ, ਇਹਨਾਂ ਨੂੰ ਜੇ ਕਰਨ ਦਿੱਤਾ ਗਿਆ, ਇਹ ਦੇਸ਼ ਵੰਡਾਉਣਗੇ। ਮਨੀਪੁਰ ਚ ਹੋ ਗਿਆ, ਦੇਸ਼ ਵਾਸੀਓ ਦੇਖ ਲਓ, ਮਨੀਪੁਰ ਚ ਆਬਾਦੀ ਦੀ ਵੰਡ ਹੋ ਗਈ, ਬਾਰਡਰ ਬਣ ਗਏ, ਲੋਕ ਮਰਨ ਲੱਗ ਗਏ। ਜੇ ਇਹਨਾਂ ਨੂੰ ਖੁੱਲੇ ਛੱਡਤਾ, ਜਿਸ ਤਰ੍ਹਾਂ ਇਹ ਹਲਕੇ ਫਿਰ ਰਹੇ ਨੇ ਸਾਰੇ ਦੇਸ਼ ਚ, ਇਹਨਾਂ ਨੂੰ ਜੇ ਨਾ ਰੋਕਿਆ ਗਿਆ, ਇਹ ਦੇਸ਼ ਨੂੰ ਵੰਡਣਗੇ। ਐਂਡ ਇਹਨਾਂ ਦੇ ਜਿਹੜੇ ਆਪਾਂ ਕਹਿੰਦੇ ਸੀ ਵੱਡੇ ਵੱਡੇ ਡਿਵੈਲਪਮੈਂਟ ਦੇ ਦਾਅਵੇ, ਇਹ ਰਿਓੜੀਆਂ ਦੀ ਗੱਲ ਕਰਦੇ। ਅਸੀਂ ਪੈਸੇ ਡਾਇਰੈਕਟ ਦਿੱਤੇ, 3.5 ਕਰੋੜ ਦਰਖਤ ਵੱਢਤਾ ਹਿਮਾਲਿਆ ਚੋਂ, 3.5 ਕਰੋੜ ਦਰਖਤ। ਜਿਹੜੀ ਆ ਤਰਾਸਦੀ ਆਈ ਹੈ ਨਾ, ਇਹ ਥੋੜਾ ਜਿਹਾ ਅੰਕੜਾ ਕਿ 3.5 ਕਰੋੜ ਟਰੀਜ਼ have been felled। ਗੌਰਵ ਜੀ ਦੀ ਹਾਲਤ ਵੀ ਦੇਖ ਲਓ ਗਰੇਵਾਲ ਸਾਹਿਬ, ਪੰਜਾਬ ਬਿਲਕੁਲ ਹਾਂ, ਉਹਦਾ ਵੀ ਸੁਣ ਲਓ, ਉਹਦਾ ਵੀ ਸੁਣ ਲਓ। ਇੱਕ ਇੱਕ ਕਰਕੇ ਸਰ ਲੋਕਾਂ ਤੱਕ ਗੱਲ ਪਹੁੰਚੇ। 5200 ਕਰੋੜ ਰੁਪਈਆ ਜੀ ਗਰੇਵਾਲ ਜੀ ਕੰਪਲੀਟ ਕਰ ਲਿਓ ਪਲੀਜ਼ ਜੀ। 5200 ਕਰੋੜ ਰੁਪਈਆ ਅਕਾਲੀ, ਭਾਜਪਾ ਤੇ ਕਾਂਗਰਸ ਵੇਲੇ ਪੰਜਾਬ 'ਚ ਫਲੱਡ ਪ੍ਰੂਫਿੰਗ ਤੇ ਲੱਗਿਆ, ਉਹਦਾ ਵੀ ਹਿਸਾਬ ਲਵਾਂਗੇ। ਸਮਾਰਟ ਸਿਟੀ, ਅੱਜ ਮੈਂ ਆਪਣੇ ਦਫ਼ਤਰ ਤੋਂ ਘਰ ਆ ਰਿਹਾ ਸੀ, 4 ਕਿਲੋਮੀਟਰ 2 ਘੰਟਿਆਂ 'ਚ ਆਇਆ। ਜਿਹੜੀ ਸਮਾਰਟ ਸਿਟੀ ਕਾਂਗਰਸੀਆਂ ਨੇ ਬਣਾਈ ਹੈ ਤੇ ਬੀਜੇਪੀ ਨੇ ਪਾਸ ਕੀਤੀ ਹੈ। ਜਿਹਨੇ ਪੰਜਾਬ ਦਾ ਤੇ ਦੇਸ਼ ਦਾ ਪੈਸਾ ਖਾਦਾ, ਛੱਡਦੇ ਕਿਸੇ ਨੂੰ ਨਹੀਂ। ਥੋੜੇ ਵੇਟ ਕਰਿਓ ਸਰ, ਆਪਾਂ ਇੱਕ ਵਾਰੀ ਸਾਰਿਆਂ ਨੂੰ ਐਡ ਕਰ ਲਈਏ। ਭੁੱਲਰ ਜੀ ਬਹੁਤ ਦੇਰ ਦੇ ਵੇਟ ਕਰ ਰਹੇ ਨੇ। ਤੁਸੀਂ 4 ਕਿਲੋਮੀਟਰ ਦਾ ਜ਼ਿਕਰ ਕਰ ਰਹੇ ਹੋ, 2 ਘੰਟੇ। ਮੈਂ ਦਰਸ਼ਕਾਂ ਨੂੰ ਦੱਸ ਦਵਾਂ, ਗੱਲ ਲੁਧਿਆਣੇ ਦੀ ਹੋ ਰਹੀ ਹੈ। ਇਹ ਲੁਧਿਆਣੇ ਦੀ ਗੱਲ ਕਰ ਰਹੇ ਹੋ? ਠੀਕ, ਬਿਲਕੁਲ ਆਪਣੇ ਪਤਾ ਲੱਗਿਆ ਨਾ ਕਿ ਕਿਹੜੇ ਸਿਟੀ ਦੇ ਵਿੱਚ 2 ਘੰਟੇ ਲੱਗ ਰਹੇ ਨੇ 4 ਕਿਲੋਮੀਟਰ ਦੇ ਲਈ। ਮੈਂ ਹਰਜੀਤ ਭੁੱਲਰ ਜੀ ਦਾ ਰੁਖ ਕਰਦਾ। ਭੁੱਲਰ ਜੀ, ਆਵਾਜ਼ ਮੇਰੀ ਪਹੁੰਚੀ ਹੋਏਗੀ ਉਮੀਦ ਹੈ। ਅਕਾਲੀ ਦਲ ਦੇ ਪ੍ਰਧਾਨ ਇੱਕ ਤਾਜ਼ਾ ਟਵੀਟ ਕਰਦੇ ਨੇ, ਜਿਸ ਦੇ ਵਿੱਚ ਉਹਨਾਂ ਨੇ ਲਿਖ ਦਿੱਤਾ, ਦਿੱਲੀ ਦੇ ਪੁੱਤ, ਦਿੱਲੀ ਤੋਂ ਆਰਡਰ ਆਉਂਦੇ ਨੇ। ਬੜਾ ਤਲਖ ਔਰ ਤਿੱਖਾ ਉਹ ਟਵੀਟ ਹੈ। ਤਾਂ ਲੱਗਦਾ ਕਿ ਇਹਨਾਂ ਦੇ ਵਿਚਾਲੇ ਗੱਲ ਬਣ ਗਈ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ। ਕਿ ਅਕਾਲੀ ਦਲ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਇਕੱਠੀਆਂ ਸੀਟ ਸ਼ੇਅਰਿੰਗ ਤੋਂ ਬਾਅਦ ਚੋਣ ਲੜਨਗੀਆਂ, ਕਿਉਂਕਿ ਰਾਜਾ ਵੜਿੰਗ, ਪ੍ਰਤਾਪ ਬਾਜਵਾ ਕਲੀਅਰ ਕਹਿ ਰਹੇ ਨੇ, ਇਧਰੋਂ ਆਮ ਆਦਮੀ ਪਾਰਟੀ ਕਲੀਅਰ ਕਹਿ ਰਹੀ ਹੈ ਕਿ ਅਸੀਂ ਗੁਜਰਾਤ, ਗੋਆ, ਦਿੱਲੀ, ਪੰਜਾਬ ਇੱਥੇ ਸੀਟ ਸ਼ੇਅਰਿੰਗ ਨਹੀਂ ਕਰਨੀ। ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਇਹ ਕੋਈ ਅੱਜ ਦੇ ਭਾਈਵਾਲ ਤੇ ਹੈ ਨਹੀਂਗੇ। ਦਿੱਲੀ ਤੋਂ ਇਹ ਸ਼ੁਰੂ ਹੋਏ ਨੇ, ਉਸ ਤੋਂ ਬਾਅਦ ਚ ਜਿਸ ਤਰ੍ਹਾਂ ਮਰਜ਼ੀ ਚੱਲਦੇ ਰਹੇ, ਲੇਕਿਨ ਅੰਦਰ ਖਾਤੇ ਦੇ ਭਾਈਵਾਲ ਹੈ ਹੀ ਹੈ। ਪਿਛਲੀ ਸਰਕਾਰ ਦੇ ਟਾਈਮ ਜਦੋਂ ਕਾਂਗਰਸ ਦੀ ਸਰਕਾਰ ਸੀ, ਜਿਸ ਤਰੀਕੇ ਨਾਲ 10 ਤੋਂ ਵੱਧ ਐਮਐਲਏ ਕਾਂਗਰਸ ਚਲੇ ਗਏ, ਟੂਰਿਜ਼ਮ ਕਰਕੇ ਵਾਪਸ ਆ ਗਏ, ਔਰ ਇਹਨਾਂ ਨੇ ਐਕਸੈਪਟ ਕਰ ਲਏ। ਉਹਨਾਂ ਨੂੰ ਪਾਰਟੀ 'ਚ ਨਾ ਕੱਢਿਆ, ਨਾ ਡਿਸਮਿਸ ਕੀਤਾ, ਕੁਝ ਨਹੀਂ ਕੀਤਾ, ਕੋਈ ਐਕਸ਼ਨ ਨਹੀਂ ਉਹਨਾਂ ਦੇ ਖਿਲਾਫ। ਤੇ ਉਸ ਤੋਂ ਸਮਝ ਲੱਗਦੀ ਹੈ ਵੀ ਆਪਸ ਭਾਈਵਾਲ ਹੈ ਹੀ ਨੇ। ਔਰ ਜਿਹੜੀ ਜਿੱਥੇ ਤੱਕ ਸੀਟ ਸ਼ੇਅਰਿੰਗ ਦੀ ਸਵਾਲ ਹੈ, ਉੱਥੇ ਪ੍ਰਤਾਪ ਬਾਜਵਾ ਨੂੰ ਕਿਹਨੇ ਪੁੱਛਣਾ ਹੈ ਜਾਂ ਰਾਜਾ ਵੜਿੰਗ ਨੂੰ ਕਿਹਨੇ ਪੁੱਛਣਾ ਹੈ? ਜੇ ਇਹ ਡਿਸੀਜਨ ਲੈਣ ਵਾਸਤੇ ਉੱਪਰਲੀ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ, ਉਹਨਾਂ ਨੇ ਪੁੱਛਿਆ ਨਹੀਂ ਇਹਨਾਂ ਨੂੰ। ਇਹ ਤੇ ਬੜਾ ਉੱਥੇ ਤੱਤੇ ਹੋ ਕੇ ਗਏ ਸੀਗੇ ਤੇ ਵਾਪਸ ਆਏ ਸੀਗੇ ਵੀ ਲੋ ਜੀ ਅਸੀਂ ਉੱਥੇ ਜਾ ਆਏ ਆ, ਹੁਣ ਕੁਝ ਨਹੀਂ ਹੋ ਸਕਦਾ। ਲੇਕਿਨ ਅਗਲੇ ਨੇ ਡਿਸੀਜਨ ਲੈ ਕੇ ਪਾਸੇ ਮਾਰਿਆ। ਤੇ ਜਿੱਦਣ ਕੋਈ ਸੀਟ ਸ਼ੇਅਰਿੰਗ ਦੀ ਗੱਲ ਆਊਗੀ, ਨਾ ਕੇਜਰੀਵਾਲ ਨੇ ਇੱਥੇ ਬਾਬ ਗਰੇਵਾਲ ਉਹਨਾਂ ਨੂੰ ਪੁੱਛਣਾ ਹੈ, ਤੇ ਨਾ ਜਿਹੜੇ ਹੈਗੇ ਪ੍ਰਤਾਪ ਬਾਜਵਾ ਜਾਂ ਰਾਜਾ ਵੜਿੰਗ ਨੇ, ਉਹਨਾਂ ਨੂੰ ਕਿਸੇ ਨੇ ਪੁੱਛਣਾ। ਉੱਤੋਂ ਜੋ ਸੀਟ ਸ਼ੇਅਰਿੰਗ ਹੋ ਕੇ ਆ ਗਈ, ਆਪੇ ਚੁੱਪ ਕਰਕੇ ਨੇ ਢੋਲ ਵਜਾਉਣਾ ਸ਼ੁਰੂ ਕਰ ਦੇਣਾ। ਇਹ ਤੇ ਤੁਹਾਨੂੰ ਲੱਗਦਾ ਕਿ ਸੀਟ ਸ਼ੇਅਰਿੰਗ ਹੋਏਗੀ? ਦੇਖੋ ਗੱਲ ਇਹ ਹੈ ਕਿ ਜਦੋਂ ਇੱਕੋ ਥਾਲੀ 'ਚ ਖਾਣ ਲੱਗ ਗਏ, ਚੱਟੇ ਵੱਟੇ ਸਭ ਇੱਕ ਥਾਲੀ 'ਚ ਇਕੱਠੇ ਹੋ ਗਏ, ਤੇ ਫਿਰ ਸੀਟ ਸ਼ੇਅਰਿੰਗ ਤੇ ਕਰਨਗੇ। ਇਹ ਸਮਝੌਤਾ ਹੋਰ ਕਾਹਦਾ ਵੀ ਸਾਰੇ ਰਲ ਜਾਓ, ਸੀਟਾਂ ਵੰਡ ਲਓ, ਤੇ ਵੰਡ ਕੇ ਜਿਹੜਾ ਹੈਗਾ ਇਕੱਠੇ ਹੋ ਜਾਓ। ਤੁਸੀਂ ਵੀ ਇਕੱਲੇ ਤੇ ਕੁਝ ਕਰ ਨਹੀਂ ਸਕਦੇ। ਸ਼ਾਇਦ ਹੋਰ ਕੁਝ ਨਹੀਂ ਤਾਂ 3-3 4-4 ਮਹੀਨੇ ਪ੍ਰਧਾਨ ਮੰਤਰੀ ਬੰਦਾ ਸੁਪਨਾ ਸਾਕਾਰ ਹੋ ਜਾਵੇ ਸਾਰਿਆਂ ਦਾ। ਇਹੀ ਹੈ, ਕਿਉਂਕਿ ਸਾਰੇ ਪ੍ਰਧਾਨ ਮੰਤਰੀ ਦੇ ਚਾਹਵਾਨ ਨੇ ਉੱਥੇ। ਜਵਾਬ ਲੈ ਲਈਏ ਸਰ, ਮੈਂ ਤੁਹਾਡੇ ਕੋਲ ਵਾਪਸ ਹੀ ਆਉਣਾ। ਗਰੇਵਾਲ ਜੀ। ਗੌਰਵ ਜੀ, ਸਾਡਾ ਤਾਂ ਹੋ ਗਿਆ, ਇਹਨਾਂ ਨੂੰ ਤਾਂ ਪੁੱਛਦਾ ਹੀ ਕੋਈ ਨਹੀਂ। ਇਹਨਾਂ ਨੂੰ ਤਾਂ ਬੀਜੇਪੀ ਨੇ ਵੀ ਨਹੀਂ ਬੁਲਾਇਆ। ਇਹ ਵਿਚਾਰੇ ਕੀ ਕਰਦੇ, ਡੈਪੂਟੇਸ਼ਨ ਤੇ ਜਿਹੜੇ ਆਏ ਸੀ ਫਸ ਗਏ। ਜਿਹੜੇ ਡੈਪੂਟੇਸ਼ਨਾਂ ਤੇ ਆਏ ਹੋਏ ਸੀ ਉਹ ਫਸ ਗਏ। ਸਾਨੂੰ ਛੱਡੋ ਜੀ, ਅਸੀਂ ਕਹਿਤਾ
ਜਿਹੜੀ ਸੀਟ ਸ਼ੇਅਰਿੰਗ ਕਰਨੀ ਹੈ ਸਟੇਟਾਂ ਜਿਹੜੀਆਂ ਸਟੇਟਾਂ 'ਚ ਅਸੀਂ ਸਟੈਬਲਿਸ਼ਡ ਹੈ ਤੋਂ ਬਾਹਰ ਕਰਾਂਗੇ, ਪਹਿਲੀ ਗੱਲ। ਦੂਜੀ ਗੱਲ, ਇਹ ਗੱਠਜੋੜ ਜਿਸ ਤਰ੍ਹਾਂ ਦੀ ਧਰਮ ਦੀ ਰਾਜਨੀਤੀ, ਲੋਕਾਂ ਨੂੰ ਲੜਾਉਣ ਦੀ ਰਾਜਨੀਤੀ, ਗੌਰਵ ਜੀ ਅੱਜ ਤੁਸੀਂ ਮੈਨੂੰ ਦੱਸੋ, ਆਪਾਂ ਸੜਕ ਤੇ ਜਾਂਦੇ ਹਾਂ, ਕੀ ਆਪਾਂ ਨੂੰ ਐ ਨਹੀਂ ਲੱਗਦਾ ਕਿ ਹਰ ਬੰਦਾ ਹਰ ਦੇ ਪ੍ਰਤੀ ਸਸਪੀਸ਼ੀਅਸ ਹੋ ਗਿਆ? ਹਰ ਬੰਦੇ ਨੂੰ ਅਸਰਟ ਕਰਨ ਦੀ ਕੋਸ਼ਿਸ਼ ਪੈ ਰਹੀ ਹੈ, ਹਰ ਬੰਦੇ ਨੂੰ ਇਹ ਲੱਗਦਾ ਕਿ ਨਹੀਂ, ਜਵਾਬ ਲੈ ਲਓ, ਨਹੀਂ ਨਿਕਲਦਾ। ਅੱਜ ਕੋਈ ਸੜਕ ਤੇ ਜਾ ਰਿਹਾ, ਹਰ ਪਰਿਵਾਰ ਸੋਚਦਾ। ਤੁਸੀਂ ਇਹਨਾਂ ਦੀ ਗੱਲ ਸੁਣੋ, ਇਹ ਜੋ ਬੋਲ ਰਹੇ ਨੇ, ਜਿਨ੍ਹਾਂ ਨੇ ਪੰਥ ਖਤਰੇ ਚੋਂ ਨਹੀਂ ਨਿਕਲਣ ਦਿੱਤਾ, ਉਹਨਾਂ ਦੇ ਭਾਈਵਾਲਾਂ ਨੇ ਹਿੰਦੂ ਖਤਰੇ 'ਚ ਪਾਤੇ 9 ਸਾਲਾਂ ਬਾਅਦ। ਐਂਡ ਹੁਣ ਇਹਨਾਂ ਦੋਵਾਂ ਨੇ ਇਕੱਠੇ ਆ ਸੀਟ ਸ਼ੇਅਰਿੰਗ ਦੀ। ਤੁਸੀਂ ਚਿੰਤਾ ਕਰੋ, ਅਸੀਂ ਕਿਸੇ ਨਾਲ ਨਹੀਂ ਕਰਨੀ। ਤੁਸੀਂ ਦੱਸੋ ਕਿੰਨੀਆਂ ਬੁੱਲਰ ਜੀ 6 ਲੈਣੀਆਂ ਨੇ। ਠੀਕ ਹੈ, ਜਵਾਬ ਗੱਲ ਇਸ ਤਰ੍ਹਾਂ ਹੈ ਗੌਰਵ ਜੀ ਬਿਲਕੁਲ ਬਾਬ ਗਰੇਵਾਲ ਦੀ ਗੱਲ ਠੀਕ ਹੈ। ਅੱਜ ਪੰਜਾਬ ਦੀਆਂ ਸੜਕਾਂ ਤੇ ਤੁਰਦੇ ਹੋਏ ਡਰ ਲੱਗਦਾ ਹੈ ਕਿ ਕੌਣ ਚੇਨੀ ਖਿੱਚ ਕੇ ਲੈ ਜਾਏਗਾ, ਕੌਣ ਪਰਸ ਖੋ ਕੇ ਲੈ ਜਾਏਗਾ, ਕੌਣ ਗੱਡੀ ਖੋ ਕੇ ਲੈ ਜਾਏਗਾ, ਕੌਣ ਗੋਲੀ ਮਾਰ ਦੇਗਾ। ਉਹ ਇੱਕ ਮਿੰਟ ਬਾਬ ਗਰੇਵਾਲ, ਤੁਹਾਡੇ ਮੈਂ ਗੱਲ 'ਚ ਬੋਲਿਆ ਨਹੀਂ, ਤੁਹਾਡੀ ਗੱਲ 'ਚ ਬੋਲਿਆ ਨਹੀਂ। ਫਰਸਟ੍ਰੇਟਡ ਨਾ ਹੋ ਤੁਸੀਂ, ਇੰਨੇ ਕਾਲੇ ਨਾ ਪਾਓ ਤੁਸੀਂ, ਮਿਰਚਾਂ ਨਾ ਲਾਓ ਆਪਣੇ ਆਪ ਨੂੰ। ਜੀ ਲੋਕਾਂ ਤੱਕ ਗੱਲ ਪਹੁੰਚੇ, ਕੋਈ ਗੱਲ ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ ਨਾ ਹੋਵੇ ਆਪਣਾ। ਬਿਲਕੁਲ ਜਿਹੜੇ ਤੁਸੀਂ ਆਪਣੀ ਕੰਪਲੀਟ ਕਰ ਲਓ। ਪੰਜਾਬ ਦੀਆਂ ਸੜਕਾਂ ਤੇ ਤੁਰਦਾ ਹੈ, ਧੀਆਂ ਭੈਣਾਂ ਨੂੰ ਡਰ ਲੱਗਦਾ ਹੈ। ਅੱਜ ਪੰਜਾਬ 'ਚ ਤੁਰਦਿਆਂ ਹੋਇਆ ਇਹ ਡਰ ਲੱਗਦਾ ਵੀ ਗੱਡੀ ਕੋਈ ਖੋ ਕੇ ਨਾ ਲੈ ਜਾਵੇ। ਅੱਜ ਪੰਜਾਬ 'ਚ ਚੱਲਦਿਆਂ ਹੋਇਆ ਇਹ ਡਰ ਲੱਗਦਾ ਕੋਈ ਚੇਨੀ ਖੋ ਕੇ ਲੈ ਜਾਊਗਾ, ਕੋਈ ਪਰਸ ਖੋ ਕੇ ਲੈ ਜਾਊਗਾ, ਕੋਈ ਗੋਲੀ ਮਾਰ ਕੇ ਚਲਾ ਜਾਊਗਾ, ਕੋਈ ਕਿਸੇ ਧੌਣ ਵੱਢ ਕੇ ਚਲਾ ਜਾਊਗਾ। ਵਾਕਈ ਪੰਜਾਬ 'ਚ ਡਰ ਲੱਗਦਾ ਹੈ, ਹਰ ਕਿਸੇ ਨੂੰ ਡਰ ਲੱਗਦਾ ਹੈ ਬਾਬ ਜੀ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਔਰ ਜਿਹੜਾ ਤੁਸੀਂ ਕਹਿ ਰਹੇ ਹੋ 4 ਘੰਟੇ ਤੁਹਾਨੂੰ ਲੱਗੇ, ਉਹਨਾਂ ਦੀ ਹਾਲਤ ਦੇਖੋ। ਜੋ ਤੁਹਾਡੇ ਮੁੱਖ ਮੰਤਰੀ ਸਾਹਿਬ ਪਜਾਮਾ ਗਿੱਟਿਆਂ ਤੋਂ ਉੱਚਾ ਕਰਕੇ ਤੇ ਉੱਥੇ ਪੁਲ ਦੇ ਉੱਤੇ ਖੜੇ ਫੋਟੋਆਂ ਖਿਚਾ ਰਹੇ ਸੀ, ਔਰ ਜੋ ਹਾਲਾਤ ਹੋਈ, ਔਰ ਐਂਬੂਲੈਂਸ ਵਿੱਚ ਇੱਕ ਜਿਹੜਾ ਬੰਦਾ ਮਾਰਿਆ ਗਿਆ, ਔਰ 6-6 ਘੰਟੇ ਤੁਸੀਂ ਉੱਥੇ ਖੜੇ ਰੱਖੇ ਜਾਮ ਦੇ ਵਿੱਚ। ਉਹਨਾਂ ਦਾ ਵੀ ਹਾਲ ਸੋਚੋ ਥੋੜਾ ਜਿਹਾ ਤੁਸੀਂ। ਤੁਹਾਨੂੰ ਬੜਾ ਲੱਗਿਆ ਵੀ 4 ਘੰਟੇ ਤੁਹਾਨੂੰ ਲੱਗ ਗਏ 4 ਕਿਲੋਮੀਟਰ ਦੇ ਉੱਤੇ। ਠੀਕ ਹੈ, ਮੈਂ ਸੋਢੀ ਸਾਹਿਬ ਲੋਕਾਂ ਨੂੰ ਰੋਕੀ ਰੱਖਿਆ 3-3 4-4 ਕਿਲੋਮੀਟਰ। ਠੀਕ ਹੈ, ਤੁਹਾਡੀ ਗੱਲ ਆ ਗਈ ਸਰ, ਤੁਹਾਡੀ ਗੱਲ ਆ ਗਈ। ਹੋਪਫੁਲੀ ਤੁਸੀਂ ਜਵਾਬ ਦੇ ਦਿੱਤਾ। ਇੱਕ ਛੋਟਾ ਜਿਹਾ ਜਵਾਬ ਲੈ ਲਓ, ਮੈਂ ਸੋਢੀ ਸਾਹਿਬ ਦਾ ਰੁਖ ਕਰਦਾ। ਫਿਰ ਗਰੇਵਾਲ ਜੀ ਬਹੁਤ ਛੋਟਾ ਜਵਾਬ ਰੱਖਿਓ ਸਰ ਪਲੀਜ਼। ਅਕਾਲੀਆਂ ਨੂੰ ਅੱਜ ਡਰ ਲੱਗਦਾ, ਇਹਨਾਂ ਦੇ ਬਣਾਏ ਗੁੰਡੇ ਅੱਜ ਹੀਰੋ ਬਣ ਰਹੇ ਸੀ, ਅਸੀਂ ਬੰਦ ਕਰਨੇ ਸ਼ੁਰੂ ਕਰਤੇ ਜੀ। ਕੋਈ ਗੱਲ ਨਹੀਂ, ਥੋੜੀ ਜਿਹੀ ਪਾਲ ਰਹੇ ਹੋ ਜਿਹਨੂੰ ਜੇਲ੍ਹਾਂ ਦੇ ਵਿੱਚੋਂ ਤੁਸੀਂ ਵੀਡੀਓ ਦਿਖਾਉਂਦੇ। ਤੁਸੀਂ ਕਿੱਥੇ ਦੀ ਗੱਲ ਕਰ ਰਹੇ ਹੋ ਗਰੇਵਾਲ ਸਾਹਿਬ? ਤੁਸੀਂ ਕਿੱਥੇ ਦੀ ਗੱਲ ਕਰ ਰਹੇ ਹੋ? ਤੁਸੀਂ ਪੰਜਾਬ 'ਚ ਲੈ ਕੇ ਆਉਂਦੇ ਹੋ, ਡਰ ਲੱਗਦਾ। ਤੁਹਾਡੇ ਕੇਜਰੀਵਾਲ ਨੇ ਜਵਾਈ ਬਣਾ ਕੇ ਰੱਖਿਆ ਸੀ ਉੱਥੇ। ਲੋਕਾਂ ਤੱਕ ਗੱਲ ਪਹੁੰਚੇ ਪਲੀਜ਼। ਜਵਾਈ ਬਣਾ ਕੇ ਰੱਖਿਆ ਪੰਜਾਬ 'ਚ ਰੱਖਿਆ ਹੋਇਆ ਜੀ। ਪੰਜਾਬ ਜਵਾਈ ਬਣਾ ਕੇ ਰੱਖੇ ਹੋਏ ਆ। ਪੁੱਲਰ ਜੀ ਸੁਣ ਲਓ ਇੱਕ ਵਾਰੀ ਕੀ ਕਹਿ ਰਹੇ ਨੇ। ਤੁਸੀਂ ਆਪਣੀ ਗੱਲ ਰੱਖੀ ਹੈ, ਸੁਣ ਲਓ ਇੱਕ ਵਾਰੀ ਗਰੇਵਾਲ ਸਾਹਿਬ ਕੀ ਕਹਿ ਰਹੇ ਨੇ। ਪੁੱਲਰ ਜੀ ਸੁਣ ਲਓ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਮੈਨੂੰ ਡਰ ਕੀ ਲੱਗਦਾ। मैं इतने मुसलमान ने बेचारे मुंडे सानू कहते जी यहाँ से जाना है, ये चल रहा है, यहाँ पे अब झगड़े हो रहे हैं। कोई मैनू बेचारे मुंडे अपने सरदार मुंडे बाहर गए, वो कहते जी ऐं डर लगदा सानू फलाना बोलन लग गए। मैं देश की गल कर रहा भाई साहब, जिहड़ा तुसीं देश च धर्मां च वंडियां पा रहे हो ना, पंजाब साहब लो, देश बाद च देखियो। गरेवाल साहब पंजाब साहब लो, पहला पंजाब रोल रहा है, पंजाब डुब रहा है, पंजाब हाहाकार मचा होया है, पंजाब च कतलेआम हुंदा रोज, पंजाब दे जेलां दे विचों दी कतल कीते जांदे ने, पंजाब दी जेलां च वीडियो बना के पाईਆਂ ਜਾਂਦੀਆਂ ਨੇ। ਸਾਡਾ ਥੋੜਾ ਵੇਟ ਕਰਿਓ ਪੁੱਲਰ ਜੀ, ਤੁਹਾਡੀ ਗੱਲ ਆ ਗਈ ਹੈ ਸਰ। ਤੁਰਿਆ ਫਿਰਦਾ ਕੇਜਰੀਵਾਲ ਦੀ ਚਾਕਰੀ ਕਰਦਾ ਹੋਇਆ। ਤੁਹਾਡੀ ਬਹੁਤ ਦੇਰ ਦੇ ਵਿੱਚ ਪੰਜਾਬ ਦਾ ਫਿਕਰ ਕਰ ਲਓ, ਦੇਸ਼ ਦਾ ਬਾਤ ਕਰ ਲਿਓ। ਭਰਾਈ ਨੇ ਠੀਕ ਹੈ, ਥੋੜਾ ਵੇਟ ਕਰਿਓ। ਦਿਆਲ ਸਿੰਘ ਸੋਢੀ ਕਹਿੰਦੇ ਇਹ ਜਿਹੜੀ ਸਥਿਤੀ ਬਣੀ ਹੋਈ ਹੈ ਨਾ ਦੇਸ਼ ਦੇ ਵਿੱਚ, ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਜਦੋਂ ਬਾਹਰ ਕੋਈ ਸੜਕ ਦੇ ਉੱਤੇ ਨਿਕਲਦਾ ਤਾਂ ਇੱਕ ਦੂਜੇ ਨੂੰ ਬਹੁਤ ਸ਼ੱਕ ਦੀ ਨਜ਼ਰ ਦੇ ਨਾਲ ਦੇਖਣ ਲੱਗ ਗਏ ਲੋਕ। ਇਹ ਬੀਜੇਪੀ ਨੇ ਕਰਵਾ ਦਿੱਤਾ, ਬਸ ਇਸ ਦੇ ਖਿਲਾਫ ਹੀ ਗਠਜੋੜ ਬਣਾ ਰਹੇ ਆ। ਗੌਰਵ ਜੀ, ਇੱਕ ਪੰਜਾਬੀ ਦੀ ਕਹਾਵਤ ਹੈ ਕਿ ਛੱਜ ਤਾਂ ਬੋਲੇ, ਛਾਣ ਨਹੀਂ ਕੀ ਬੋਲੇ। ਮੈਂ ਗਰੇਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ, ਗਰੇਵਾਲ ਸਾਹਿਬ ਬੜੀ ਲੰਮੀਆਂ ਗੱਲਾਂ ਲੈ ਜਾਂਦੇ ਨੇ ਕਿ ਕਦੇ ਕਿਸੇ ਧਰਮ ਦੀ ਗੱਲ ਕਰਦੇ ਆ, ਕਦੇ ਕਿਸੇ ਧਰਮ ਦੀ ਗੱਲ ਕਰਦੇ ਆ। ਅੱਜ ਤੁਹਾਡੇ ਰਾਜ ਦੇ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ ਤੁਹਾਡੇ ਰਾਜ ਦੇ ਵਿੱਚ। ਪਰਸੋਂ ਦੀ ਕਿੱਡੀ ਵੱਡੀ ਘਟਨਾ ਹੋ ਕੇ ਹਟੀ ਹੈ। ਦੂਜੀ ਗੱਲ, ਜਦੋਂ ਤਾਂ ਪੰਜਾਬ ਦੇ ਵਿੱਚ ਵਿਜੀਲੈਂਸ ਨੇ ਕੰਮ ਕਰਨਾ ਹੁੰਦਾ ਹੈ ਉਦੋਂ ਤਾਂ ਕੰਮ ਸਹੀ ਹੈ ਜੀ। ਜਦੋਂ ਕੋਈ ਈਡੀ ਜਾਂ ਸੀਬੀਆਈ ਇਹਨਾਂ ਦੇ ਭ੍ਰਿਸ਼ਟ ਮੰਤਰੀਆਂ ਨੂੰ ਦਿੱਲੀ ਕਾਰਵਾਈ ਕਰਦੀ ਹੈ, ਇਹਨਾਂ ਦੀਆਂ 2-2 ਸਾਲ ਤੋਂ ਜ਼ਮਾਨਤਾਂ ਨਹੀਂ ਹੋਈਆਂ, ਉਦੋਂ ਈਡੀ ਤੇ ਸੀਬੀਆਈ ਦਾ ਕੰਮ ਜੀ ਨਜਾਇਜ਼ ਹੈ, ਇਹ ਉਦੋਂ ਇਹਨਾਂ ਨੂੰ ਨਜਾਇਜ਼ ਦਿੰਦਾ। ਦੂਜੀ ਗੱਲ, ਮੈਨੂੰ ਗਰੇਵਾਲ ਸਾਹਿਬ ਜੇ ਪੰਜਾਬ ਦੇ ਹਾਲਾਤ ਹੀ ਇੰਨੇ ਚੰਗੇ ਨੇ, ਤੁਹਾਡੇ ਚੈਨਲ ਤੇ ਮੈਨੂੰ ਦੱਸ ਦੇਣ ਕਿ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਕਿਸੇ ਇੱਕ ਉਦਯੋਗ ਦਾ ਨਾਂ ਦੱਸ ਦਿਓ ਕਿ ਤੁਸੀਂ ਪੰਜਾਬ ਦੇ ਵਿੱਚ ਇੱਕ। ਠੀਕ ਹੈ, ਚਲੋ ਮੈਂ ਇੱਕ ਵਾਰੀ ਦੁਬਾਰਾ ਗਠਜੋੜ ਵਾਲੇ ਮੁੱਦੇ ਤੇ ਲੈ ਕੇ ਜਾਣਾ। ਸੋਢੀ ਸਾਹਿਬ ਗੱਲ ਪੂਰੀ ਕਰ ਲੈਣ ਦਿਓ। ਹਾਂ ਕਰ ਲਓ, ਤੁਸੀਂ ਕੰਪਲੀਟ ਕਰ ਲਓ, ਗੱਲ ਕੰਪਲੀਟ ਕਰ ਲਓ, ਕੋਈ ਦਿੱਕਤ ਨਹੀਂ ਸਰ, ਗੱਲ ਕੰਪਲੀਟ ਕਰ ਲਓ ਤੁਸੀਂ। ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਪੰਜਾਬ ਦੇ ਵਿੱਚੋਂ ਕਿੰਨੇ ਉਦਯੋਗ ਵਾਪਸ ਚਲੇ ਗਏ ਨੇ ਬਾਹਰ ਸੂਬਿਆਂ 'ਚ। ਪਹਿਲੀ ਗੱਲ, ਦੂਜੀ ਗੱਲ, मैं आ रहा हूँ किया गुर्जर जी, आ रहा हूँ आपके पास भी। आपके हालात
ਤੇ ਤੁਹਾਡੀ ਸਰਕਾਰ ਇੰਨੀ ਚੰਗੀ ਹੈ ਤੇ ਤੁਸੀਂ ਕਿਹਾ ਕਿ ਅਸੀਂ 16 ਮੈਡੀਕਲ ਨਵੇਂ ਕਾਲਜ ਬਣਾਵਾਂਗੇ, ਤੁਸੀਂ ਬਜਟ ਦੇ ਵਿੱਚ ਰੱਖੇ ਸੀ। ਉਸ ਤੋਂ ਬਾਅਦ 2 ਬਜਟ ਆਂਗੇ ਤੁਹਾਡੇ, ਮੈਨੂੰ ਇੱਕ ਵੀ ਕਿਤੇ ਨੀਂਹ ਪੱਥਰ ਰੱਖ ਕੇ ਰੱਖਿਆ ਦਿਖਾ ਦਿਓ। ਇਹ ਜਿਹੜੇ ਗਰੇਵਾਲ ਸਾਹਿਬ ਇੱਥੇ ਬੈਠ ਕੇ ਗੱਲਾਂ ਕਰਦੇ ਨੇ, ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਨੇ, ਸਾਨੂੰ ਇਸ ਗੱਲ ਦਾ ਠੀਕ ਹੈ, ਜਵਾਬ ਲਵਾਂਗਾ ਸਰ, ਮੈਂ ਜਵਾਬ ਲੈਣਾ। मेरा एक और सवाल भी ਤੁਹਾਨੂੰ ਹੈਗਾ, ਮੰਤਰੀ ਮੀਟਿੰਗਾਂ ਦੇ ਵਿੱਚ ਬੈਠਾ ਜੀ। ਠੀਕ ਹੈ, ਮੇਰਾ ਇੱਕ ਹੋਰ ਸਵਾਲ ਵੀ ਹੈਗਾ, ਮੈਂ ਸਵਾਲ ਲੈ ਕੇ ਵੀ ਆਉਂਗਾ, ਜਵਾਬ ਵੀ ਲਵਾਂਗਾ ਇਸ ਦੇ ਉੱਤੇ, ਪਰ ਉਸ ਤੋਂ ਪਹਿਲਾਂ ਰਾਏ ਸਿੰਘ गुर्जर जी ਸਾਡੇ ਨਾਲ ਕਾਂग्रेस ਤੋਂ लगातार जुड़े हुए हैं। गुर्जर साहब देखिए, आम आदमी पार्टी के प्रवक्ता इस समय यह कह रहे हैं कि आम आदमी पार्टी जिस स्टेट में, जिस प्रदेश में स्टैब्लिश है, मजबूत है, वहां पर वो सीट शेयरिंग नहीं करेंगे। उनमें पंजाब भी है, उनमें दिल्ली भी है, गोवा भी है और गुजरात भी है। क्या कांग्रेस को यह फॉर्मूला मंजूर होगा? देखिए राहुल जी, जिस प्रकार आम आदमी पार्टी के प्रवक्ता ने ये बात कही है, क्या कोई अधिकृत रूप से कोई आदेश, कोई इनका प्रस्ताव आया है? पहली बात तो ये, अगर इस प्रकार का कोई प्रस्ताव पार्टी ने कोई स्टैंड नहीं लिया है, अभी विचार नहीं किया है, तो ये बड़ी जल्दबाजी में कहने वाली बात हो। और रही बात, अभी तो केवल 2 दिन हुए हैं देश की व्यवस्था को संभालने के लिए, सरकारी सत्ता को हटाने के लिए और जन भावनाओं के अनुसार 2024 में शासन देने के लिए। बहुत जल्दबाजी है, अभी तो व्यवस्था बनेगी, संगठन कैसे बनेगा। मेरा सवाल इसलिए था, चुनाव में क्या क्या होगा जी, केवल एक उद्देश्य होगा, देश को बचाना है। नहीं, राय सिंह जी देखिए, सवाल इसलिए था, जो कांग्रेस के वर्कर है वो इस समय सुन रहे होंगे, जाति, धर्म, भाषा, क्षेत्र के आधार पर, नस्ल के आधार पर। ठीक है, नहीं, आपका पॉइंट क्लियर है सर, मैं समझ रहा हूं आपका जी जी। एक छोटा सा सवाल है सर, उसका जवाब दे दीजिएगा। एक बहुत छोटा सा सवाल है, सुन लीजिए एक बार। सवाल यह है कि अगर दिल्ली और पंजाब में आम आदमी पार्टी सीट शेयरिंग के ऊपर इनकार कर देती है, तो क्या कांग्रेस हिमाचल में, जहां कांग्रेस की सरकार है, हरियाणा में जहां कांग्रेस मजबूत स्थिति में दिखती है, राजस्थान में जहां कांग्रेस की सरकार है, क्या इन स्टेट्स में आम आदमी पार्टी को सीट का कोई शेयर देगी, या फिर पार्टी के जो लीडर हैं वो इस पर सहमत हो जाएंगे? ठीक है, कोई बात नहीं, आप हरियाणा में ऐसे कीजिए, 10 में से 5 सीटें दे दीजिए या 4 दे दीजिए। क्या ये मुमकिन हो पाएगा? राहुल, देखिए ये सब काल्पनिक बातें, इन काल्पनिक बातों का गौरव साहब हम किसी भी प्रकार से जवाब देने की स्थिति में नहीं है। अभी तो केवल मैंने कहा है कि केवल 2 दिन हुए हैं, अगला प्रारूप क्या होगा, ड्राफ्ट कैसे बनेगा, किस प्रकार से चुनाव की प्रक्रिया में जाएंगे, ये सब बातें देश के बड़े नेता, जो हमारी पार्टी के वरिष्ठ नेता है और दूसरी बड़ी मजबूत पार्टियों के नेता जिनकी आप चर्चा कर रहे हैं, सबके लोग बैठेंगे, नेता बैठेंगे, वो तय करेंगे। कि मैं और ग्रेवाल साहब या कोई और आम आदमी पार्टी का प्रवक्ता या नेता तय नहीं कर सकता, ये केवल एक जल्दबाजी होगी। लेकिन जो उद्देश्य हमारा है, जो लक्ष्य हमारा है, देश को, राष्ट्र को बचाना है और भारत आगे बढ़े, इंडिया आगे बढ़े। दुनिया में जिस प्रकार से हमने अंग्रेजों के खिलाफ लड़ाई लड़ी थी, जिस प्रकार से 300 वर्षों में अंग्रेजों को भगाया था, इसी प्रकार 9 वर्ष से जो उनके मुखबर बैठे हैं, जो अंग्रेजों के गुलाम बैठे हैं, जिन्होंने उस समय भी, आजादी के समय में भी षड्यंत्र किया था, उन लोगों को 9 वर्ष से ठीक है, चलिए हमारा ये एजेंडा है, जो बिल्कुल साफ है और हम इसके लेकर पूरे देश के अंदर भारत उतर रहे, ठीक है, आगे बढ़े। मैं वही कह रहा हूं कि मैं शुरुआत से लेकर अभी तक जो समझ पाया हूं, इनफैक्ट जितने दिनों से ये बात हो रही है, देखिए गठबंधन को लेकर जो लाइन गठबंधन के नेताओं की तरफ से बोली जा रही है वो क्लियर है, और उसमें लोगों को कंफ्यूजन नहीं है कि आप क्या कहना चाह रहे हैं और क्या करना चाह रहे हैं। लेकिन बस कंफ्यूजन यही है कि क्या सीट शेयरिंग होगी या नहीं होगी। ये पंजाब वाले, हरियाणा वाले, हिमाचल वाले, दिल्ली वाले जानना चाहते होंगे। बस यही है कि चंडीगढ़ की सीट के ऊपर कौन लड़ेगा। देखिए बड़ी दिलचस्प है चंडीगढ़ की सीट भी। गरेवाल जी एक जवाब देना चाह रहे हैं, आप सुन लीजिए उनको भी। मैं केवल एक लाइन में जी राय सिंह जी, ये बहुत जल्दबाजी होगी और ये हमारे अधिकार क्षेत्र में भी नहीं है कि हम इस प्रकार की कोई टिप्पणी नहीं। ठीक है सर, को लेकर पार्टी कैसे जाएगी, इस पे हम कोई टिप्पणी देने का अधिकार नहीं रखते। ये जल्दबाजी है, आप समय का इंतजार कीजिए, अच्छे दिन आएंगे, वास्तव में आएंगे, देश आगे बढ़ेगा, इंडिया आगे बढ़ेगा, वास्तव में बढ़ेगा और लुटेरों को भगाएंगे, सच्चाई में भगाएंगे। और ठीक है गरेवाल जी, जो माहौल है उसको करेंगे आप। चलिए जवाब ले लीजिए अहबाब गरेवाल। सर, मुझे आम आदमी पार्टी का वॉलंटियर होने के नाते ये कहने का हक है, मुझे हक है, मैं जो कह रहा हूँ हक से कह रहा हूँ, और मेरी पार्टी मेरी बात पे फूल चढ़ाती है और मैं अपनी पार्टी की बात सुन के ही बोल रहा हूँ, पहली बात। दूसरी बात, बड़ी लड़ाई है। आज हमने देश में देख लिया कि एक जगह में
बंटवारे हो गए। हमने देख लिया कि बंगाल से लेके महाराष्ट्र तक रामनामी पे मस्जिदों के बाहर जाके क्या कुछ किया गया। हमने देख लिया कैसे धर्म के नाम पे बांटा जा रहा है। हाँ, ये बात और है कि 300 साल का जो आप व्याख्यान कर रहे हैं, 300 साल वो है नहीं और 70 साल भारतीयों ने बनाए, लेकिन ये सब कहां शुरू हुआ हमें पता है। लेकिन आज आप लोग समझ चुके हैं क्योंकि आप सिमट गए हैं, आप 52-53 पे सिमट गए हैं, हम समझ चुके हैं। और पंजाब की एक आई ये समझ ले कि जिसने पंजाब को लूटा है वो नहीं बचेगा। अकाली भाजपा की गल मैं ये करदा जी, ये जो मर्जी ਤੁਸੀਂ ਕਾਂਗਰਸ ਵਾਲਿਆਂ ਨੂੰ ਕਹਿ ਰਹੇ ਹੋ ਕਿ ਅਸੀਂ ਇਕੱਲੇ ਲੜਾਂਗੇ, ਅਸੀਂ ਤੁਹਾਡੇ ਨਾਲ ਰਲ ਕੇ ਨਹੀਂ ਲੜਨਾ ਪੰਜਾਬ 'ਚ। ਸੁਣੋ 3 ਨੈਸ਼ਨਲ ਪਾਰਟੀਆਂ, ਚੌਥੀ ਸ਼ਾਇਦ ਕਾਮਰੇਡ ਹੈਗੇ ਆ, ਕਾਮਰੇਡ ਵੀ ਹੈਗੇ, ਸ਼ਾਇਦ ਨਹੀਂ ਹੈਗੇ। ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ 3 ਨੈਸ਼ਨਲ ਪਾਰਟੀਆਂ ਨੇ। ਤੁਸੀਂ ਇਹ ਕਿਉਂ ਭੁੱਲਦੇ ਹੋ? ਦੇਸ਼ ਜਿਹੜੀ ਇਹ ਅਲਾਈਅੰਸ ਹੈ ਇਹਦੇ ਚ 24 ਹੋਰ ਪਾਰਟੀਆਂ ਵੀ ਨੇ, ਉਹਨਾਂ ਦੇ ਵੀ ਆਪਣੇ ਆਪਣੇ। ਮੈਂ ਫਿਰ ਦੁਬਾਰਾ ਦੇਖੋ, ਆਪਾਂ ਲਾਸਟ ਕਨਕਲੂਜਨ ਵਾਲੇ ਪਾਸੇ ਵਧ ਰਹੇ। ਮੇਰਾ ਛੋਟਾ ਜਿਹਾ ਸਵਾਲ ਹੈ, ਮੈਂ ਭੁੱਲਰ ਜੀ ਦਾ ਰੁਖ ਕਰਨਾ। ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਸੀਟ ਸ਼ੇਅਰਿੰਗ ਨਹੀਂ, ਠੀਕ ਹੈ, ਮੰਨ ਲਿਆ। ਦਿੱਲੀ 'ਚ ਸੀਟ ਸ਼ੇਅਰਿੰਗ ਨਹੀਂ, ਮੰਨ ਲਿਆ। ਹੁਣ ਗੱਲ ਇਹ ਹੈ ਕਿ ਵੈਸਟ ਬੰਗਾਲ ਦੇ ਵਿੱਚ TMC ਮਮਤਾ ਬੈਨਰਜੀ ਕਹਿਣਗੇ ਕਿ ਨਹੀਂ ਕੋਈ ਸੀਟ ਸ਼ੇਅਰਿੰਗ ਨਹੀਂ, ਫਿਰ ਇਹ ਗੜਜੋੜ ਸਿਰੇ ਕਿਵੇਂ ਚੜੇਗਾ? ਤੁਸੀਂ ਉੱਥੇ ਮਹਾਰਾਸ਼ਟਰ ਦੇ ਵਿੱਚ ਚਲੇ ਜਾਓਗੇ, ਉੱਥੇ ਉद्धਵ ਠਾਕਰੇ ਕਹਿਣਗੇ ਕਿ ਨਹੀਂ ਕੋਈ ਸੀਟ ਸ਼ੇਅਰਿੰਗ ਨਹੀਂ, ਸੀਟ ਸ਼ੇਅਰਿੰਗ ਹੋਏਗਾ ਤਾਂ ਵੱਧ ਤੋਂ ਵੱਧ ਸ਼ਰਦ ਪਵਾਰ ਜੀ ਨਾਲ ਕਰ ਲੈਂਦੇ ਆ, ਬਸ ਦੈਟਸ ਆਲ, ਇਸ ਤੋਂ ਅੱਗੇ ਨਹੀਂ। ਤੁਸੀਂ ਬਿਹਾਰ ਦੇ ਵਿੱਚ ਜਾਓਗੇ ਤਾਂ ਉੱਥੇ ਜਾ ਕੇ ਨਿਤਿਸ਼ ਕੁਮਾਰ ਕਹਿਣਗੇ, RJD ਵਾਲੇ ਕਹਿਣਗੇ ਕਿ ਨਹੀਂ ਕੋਈ ਸੀਟ ਸ਼ੇਅਰਿੰਗ ਨਹੀਂ। ਗੜਜੋੜ ਤਾਂ ਸਰ ਸੀਟ ਸ਼ੇਅਰਿੰਗ ਦੇ ਉੱਪਰ ਹੀ ਟਿਕਿਆ ਹੁੰਦਾ ਨਾ, ਗੜਜੋੜ ਤਾਂ ਕੰਪਲੀਟਲੀ ਉਸਦਾ ਮਤਲਬ ਹੀ ਸਿੱਧਾ ਜਾਏ ਹੈ। ਨਹੀਂ, ਉਹਦਾ ਮਤਲਬ ਇਹ ਹੈ ਸਰ, ਉਹਦਾ ਮਤਲਬ ਇਹ ਹੈ ਕਿ ਜਿੰਨੇ ਬੀਜੇਪੀ ਦੇ ਨਾਲ ਸਾਥੀ ਨੇ ਉਹਨਾਂ ਦਾ ਵੋਟ ਸ਼ੇਅਰ ਹੈਗਾ 40% ਜੀ, ਜਿਹੜੇ ਸਾਡੇ ਨਾਲ ਨੈਸ਼ਨਲੀ ਵੋਟ ਸ਼ੇਅਰ ਹੈ 60%। ਰੀਅਲ ਪੋਲਿਟਿਕਸ ਇਹ ਕਹਿੰਦੀ ਹੈ ਕਿ ਹਰ ਸਟੇਟ, ਹਰ ਲੋਕ ਸਭਾ ਸੀਟ ਤੇ ਹਿੰਦੁਸਤਾਨ ਦੇ ਲੋਕ ਇੰਨੇ ਸਿਆਣੇ ਨੇ ਕਿ ਜੇ ਤੁਸੀਂ ਨਫ਼ਰਤ ਨੂੰ ਰੋਕਣਾ ਹੈ, ਜਿਹੜਾ ਵੀ ਸਟਰੋਂਗੈਸਟ ਵੋਟ ਪਾ ਦਿਓ। ਅਸੀਂ ਕਹਿ ਰਹੇ ਕਿ 60% ਵੋਟ ਅਸੀਂ ਕੰਸੋਲੀਡੇਟ ਕਰ ਲਈ, ਇਹਨਾਂ ਨੇ 40% ਕਰ ਲਈ। ਹੁਣ 60-40 ਦਾ ਹੋ ਜਾਵੇ ਮੁਕਾਬਲਾ, ਦੇਖੀ ਜਾਊਗੀ। ਇਹਨਾਂ ਕੋਲ ਤਾਂ ਮੋਦੀ ਵੀ ਹੈ, ਇਹਨਾਂ ਕੋਲ ਤਾਂ ਸ਼ਾਹ ਵੀ ਹੈ, ਇਹਨਾਂ ਕੋਲ ਤਾਂ ਸਾਰਾ ਕੁਝ ਹੈ, ਜਿੰਨੇ ਮਰਜ਼ੀ ਇੰਜਨ ਭਜਾ ਲੈਣ। ਅਸੀਂ ਕਹਿ ਰਹੇ ਕਿ 60% ਹਿੰਦੁਸਤਾਨ ਜਿਹਨੇ ਤੁਹਾਨੂੰ ਕੱਲੇ ਬੀਜੇਪੀ ਨੂੰ 37 ਪਈ ਹੈ, 3% ਜਿਹੜੇ ਨਾਲ ਬਾਕੀ ਦੇ ਨੇ ਉਹਨਾਂ ਨੂੰ ਪਈ ਹੈ। ਅਸੀਂ ਕਹਿ ਰਹੇ ਹਾਂ ਕਿ ਤੁਹਾਨੂੰ ਤੁਹਾਡੇ 40, ਸਾਡੇ 60, ਜਿਹੜਾ ਜਿੱਥੇ ਤਕੜਾ ਹੋ ਆਜੂ। ਅੱਜ ਇਹ ਦੇਸ਼ ਜਵਾਬ ਦਊਗਾ ਕਿ ਇਹ ਜਿਹੜੀ ਨਫ਼ਰਤ ਫੈਲਾ ਰਹੇ ਹੈ। ਐਂਡ ਇੱਕ ਗੱਲ ਮੈਂ ਪੰਜਾਬ ਬਾਰੇ ਦੱਸਦਾ, ਅਸੀਂ ਤਾਂ ਰਲਣਾ ਨਹੀਂ, ਪਰ ਭਾਜਪਾ ਦੇ ਅਕਾਲੀ ਅੱਧੋ ਵੱਧ ਕਰਨਗੇ, ਇਹ ਵੀ ਵਾਧਾ ਰਿਹਾ। ਅੱਧੋ ਵੱਧ ਤੋਂ ਵੀ ਭਾਜਪਾ ਨੂੰ ਵੱਧ ਕਰ ਸਕਦੀਆਂ, ਇਹ ਵੀ ਵਾਧਾ ਰਿਹਾ, ਇਹ ਵੀ ਵਾਧਾ ਰਿਹਾ। ਚਲੋ ਭੁੱਲਰ ਸਾਹਿਬ, ਭੁੱਲਰ ਜੀ ਦੇਖੋ, ਗੜਜੋੜ ਬੈਂਗਲੁਰੂ ਵਾਲੇ ਦੇ ਉੱਤੇ ਗੱਲ ਚੱਲੀ ਹੈ, ਫਿਰ ਘੁੰਮ ਫਿਰ ਕੇ ਤੁਹਾਡੇ ਵਾਲੇ ਪਾਸੇ ਆ ਹੀ ਜਾਂਦੀ ਹੈ। ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈਗੀ ਹੈ, ਮੈਨੂੰ ਨਾ ਗਰੇਵਾਲ ਸਾਹਿਬ ਦੀਆਂ ਗੱਲਾਂ ਤੇ ਹਾਸਾ ਆ ਰਿਹਾ। ਜਿਹੜਾ ਕੱਚੀ ਦੀ ਫੇਰ ਕੋਈ ਨਿਆਣਾ ਗੱਲ ਕਰਦਾ ਹੁੰਦਾ ਨਾ, ਉਹੋ ਜਿਹੀਆਂ ਗੱਲਾਂ ਕਰਨ ਲੱਗੇ ਹੋਏ ਨੇ ਅੱਜ। ਬੜੇ ਸਿਆਣੇ ਬਿਆਣੇ ਭਰਾ ਨੇ ਸਾਡੇ, ਪਰ ਹੈਲੋ ਆਵਾਜ਼ ਆ ਰਹੀ ਹੈ? ਤੁਹਾਡੀ ਆਵਾਜ਼ ਆ ਰਹੀ ਹੈ? ਹਾਂ ਆ ਰਹੀ। ਮਤਲਬ ਬੜੇ ਸਿਆਣੇ ਬਿਆਣੇ ਭਰਾ ਨੇ ਸਾਡੇ, ਪਰ ਅੱਜ ਮੈਨੂੰ ਕੱਚੀ ਫੇਲ ਵਰਗੇ ਨਿਆਣਿਆਂ ਦੀ ਗੱਲ ਕਰ ਰਹੇ। 60% ਕਹਿੰਦੇ ਸਾਡਾ ਵੋਟ ਸ਼ੇਅਰ ਹੈਗਾ, ਲੜਾਂਗੇ 24 ਅਲੱਗ-ਅਲੱਗ, ਤੇ 60% ਸ਼ੇਅਰ ਜਿਹੜਾ ਹੈ ਉਹਦੇ ਅਲੱਗ-ਅਲੱਗ ਹੋ ਗਿਆ ਨਾ, 2-2, 3-3, 2.5% ਆਇਆ, ਤੇ ਗੱਲਾਂ ਕਰਦੇ ਨੇ ਦੇਸ਼ ਦੇ ਉੱਤੇ ਰਾਜ ਕਰਨ ਦੀਆਂ, ਤੇ ਪ੍ਰਧਾਨ ਮੰਤਰੀ ਬਣਾਉਂਦੀਆਂ ਕੇਜਰੀਵਾਲ ਨੂੰ, ਤੇ ਐਂ ਕਿਸ ਤਰ੍ਹਾਂ ਬਣ ਜਾਊਗਾ? 60% ਵੋਟ ਸ਼ੇਅਰ ਤੇ ਤਾਂ ਹੈ ਜੇ ਤੁਸੀਂ ਗਠਬੰਧਨ ਦੇ ਵਿੱਚ ਸੀਟਾਂ ਦੀ ਡਿਵੀਜ਼ਨ ਕਰੋਗੇ, ਆਪਸ ਵਿੱਚ ਸੀਟਾਂ ਦੀ ਵੰਡ ਕਰੋਗੇ। ਉਹ ਤੁਸੀਂ ਕਰਨਾ ਨਹੀਂ ਚਾਹੁੰਦੇ, ਔਰ 24 ਦੇ 24 ਅਲੱਗ-ਅਲੱਗ ਲੜਨਾ ਚਾਹੁੰਦੇ ਆ। ਇਹ ਜਿਹੜਾ ਕੁਨਬਾ ਹੈ ਨਾ ਗੌਰਵ ਜੀ, ਇਹ ਥੋੜੇ ਦਿਨਾਂ ਦਾ ਕੁਨਬਾ ਹੈ। ਇਹ ਜਿਹੜੀ ਘਾਟ ਦੀ ਮਿੱਟੀ ਜੁੜੀ ਹੈ, ਇਸ ਘੜੇ ਨੇ ਜ਼ਿਆਦਾ ਦਿਨ ਚੱਲਣਾ ਨਹੀਂ। ਜਿੱਦਣ ਪਾਣੀ ਦਾ ਥੋੜਾ ਜਿਹਾ ਪ੍ਰੈਸ਼ਰ ਪਿਆ, ਉਦੋਂ ਹੀ ਨੇ ਟੁੱਟ ਕੇ ਪਾਸੇ ਹੋ ਜਾਣਾ। ਤੇ ਇਸ ਕਰਕੇ ਟੁੱਟਣ ਵਾਲਾ ਸਭ ਤੋਂ ਪਹਿਲਾਂ ਇਕੱਠੇ ਹੋ ਕੇ ਤਾਂ ਅਕਾਲੀ ਦਲ ਦੇ ਲਈ ਕੋਈ ਟੈਨਸ਼ਨ ਵਾਲੀ ਗੱਲ ਹੋ ਸਕਦੀ ਹੈ ਕਿ ਨਹੀਂ? ਨਹੀਂ, ਸਾਡੇ ਲਈ ਕੋਈ ਟੈਨਸ਼ਨ ਨਹੀਂ, ਇਕੱਠੇ ਹੋ ਹੀ ਨਹੀਂ ਸਕਦੇ। ਸਪੈਸ਼ਲੀ ਕੇਜਰੀਵਾਲ ਤੇ ਕਹਿੰਦਾ ਇਕੱਠਾ ਹੋ ਹੀ ਨਹੀਂ ਸਕਦਾ। ਜਿਹੜਾ ਸ਼ਰਤਾਂ ਦੇ ਉੱਤੇ ਚੱਲਦਾ ਹੋਵੇ ਉਹ ਕਿਸ ਤਰ੍ਹਾਂ ਇਕੱਠਾ ਹੋ ਜਾਊਗਾ ਕਿਸੇ ਨਾਲ? ਉਹ ਕਿਸੇ ਦੀ ਨਾ ਕਿਸੇ ਦੀ ਈਨ ਮੰਨੇ, ਨਾ ਕਿਸੇ ਦੀ ਗੱਲ ਸੁਣੇ। ਉਹ ਕਹਿੰਦਾ ਮੇਰੇ ਤੋਂ ਸਿਆਣਾ ਕੋਈ ਜੰਮਿਆ ਹੀ ਨਹੀਂ ਅਜੇ ਤੱਕ ਹਿੰਦੁਸਤਾਨ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ। ਤੇ ਇਸ ਕਰਕੇ ਇਕੱਠੇ ਹੋਣ ਵਾਲਾ ਸਿਰਫ ਡਰਾਮਾ ਥੋੜੇ ਦਿਨਾਂ ਦਾ। ਤੁਸੀਂ ਥੋੜੇ ਦਿਨ ਰੁਕ ਜਾਓ, ਜਿਸ ਤਰ੍ਹਾਂ 24 ਨੇੜੇ ਆਉਣਾ ਹੈ ਤਾਂ 24 ਜਿਹੜੇ ਨੇ 24 ਥਾਵਾਂ ਤੇ ਖੜੇ ਹੋਣਗੇ। ਇਹ ਸਾਰੇ ਇੱਕ ਦੂਜੇ ਦੇ ਸਾਹਮਣੇ ਖੜੇ ਹੋਣਗੇ, ਇੱਕ ਦੂਜੇ ਨੂੰ ਸੇਮ ਕੇਜਰੀਵਾਲ ਉਹੀ ਗਾਲਾਂ ਕੱਢਦਾ ਹੋਊਗਾ, ਇਹ ਚੋਰ ਹੈ, ਫਲਾਣਾ ਹੈ, ਢਮਕਾਣਾ ਹੈ, ਇਹ ਸਭ ਕੁਝ ਚੱਲੂਗਾ ਇੱਥੇ। ਇਹ ਜਿਹੜੀਆਂ ਅੱਜ ਕੱਚੀਆਂ ਜਿਹੀਆਂ ਗੱਲਾਂ ਕਰ ਰਹੇ ਨੇ ਗਰੇਵਾਲ ਸਾਹਿਬ, ਪਤਾ ਨਹੀਂ, ਮੈਨੂੰ ਸਮਝ ਨਹੀਂ ਲੱਗੀ। ਬੜੇ ਸਿਆਣੇ ਬਿਆਣੇ ਨੇ, ਕੱਚੀ ਫੇਲ ਵਾਲੇ ਨਿਆਣੇ ਵਰਗੀਆਂ ਗੱਲਾਂ ਕਰ ਰਹੇ ਵੀ 60% ਸਾਡੇ ਕੋਲ ਵੋਟ ਹੈ ਜੀ, ਸ਼ੇਅਰਿੰਗ ਲੜਾਂਗੇ ਅਸੀਂ ਅੱਡ ਤੇ ਲੜਾਂਗੇ ਇੱਕ ਦੂਜੇ ਦੇ ਖਿਲਾਫ। ਤੇ ਪਤਾ ਨਹੀਂ 60% ਸ਼ੇਅਰ ਕਿਸ ਤਰ੍ਹਾਂ ਆ ਜਾਊਗਾ ਇਹਨਾਂ ਨੂੰ, ਤੇ ਕਿਸ ਤਰ੍ਹਾਂ ਸਰਕਾਰਾਂ ਬਣਾਉਣਗੇ। ਨਹੀਂ ਦੇਖੋ, ਤੁਹਾਡਾ ਵੈਲਿਡ ਪੁਆਇੰਟ ਹੈ। ਮੈਂ ਵੀ ਇਹ ਗਣਿਤ ਜਿਹੜਾ ਸ਼ਾਇਦ ਮੈਂ ਸਮਝ ਜਾਓ ਇਹਨਾਂ ਦਾ, ਸਾਡੀ ਸਮਝ ਤੋਂ ਤੇ ਬਾਹਰ ਹੈ। ਨਹੀਂ ਬਿਲਕੁਲ, ਲੋਕ ਵੀ ਸਮਝਣਾ ਚਾਹ ਰਹੇ ਨੇ ਕਿ ਜੇ ਵੋਟ ਪਰਸੈਂਟੇਜ ਹੀ ਵੰਡਿਆ ਗਿਆ, ਮੈਂ ਪੰਜਾਬ ਦਾ ਹੀ ਜ਼ਿਕਰ ਕਰ ਲਵਾਂ ਕਿ ਜੇਕਰ ਲੋਕਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਪਾਈ, ਕਾਂਗਰਸ ਵਾਲਿਆਂ ਨੇ ਕਾਂਗਰਸ ਨੂੰ ਪਾ ਦਿੱਤੀ, ਤਾਂ ਫਿਰ ਉਹ ਗੜਜੋੜ ਦਾ ਮਤਲਬ ਤਾਂ ਰਹੇਗਾ ਨਹੀਂ, ਐਟਲੀਸਟ ਪੰਜਾਬ ਦੇ ਵਿੱਚ, ਜੇ ਇੱਥੇ ਸੀਟ ਸ਼ੇਅਰਿੰਗ ਨਹੀਂ ਹੁੰਦੀ।
ਗਰੇਵਾਲ ਸਾਹਿਬ ਥੋੜੀ ਜਿਹੀ ਵੇਟ ਫਿਰ ਗੌਰਵ ਜੀ ਗੱਲ ਉਹੀ ਆ ਗਈ ਨਾ 60% ਇਹਨਾਂ ਦਾ 30% ਰਹਿ ਗਿਆ ਤੇ ਫਿਰ 40% ਵਾਲੇ ਅੱਗੇ ਆਊਗਾ ਨਾ ਜੀ। ਦਿਆਲ ਸਿੰਘ ਥੋੜੀ ਠੀਕ ਹੈ ਥੋੜਾ ਜਿਹਾ ਵੇਟ ਕਰਿਓ ਸਰ, ਥੋੜਾ ਜਿਹਾ ਵੇਟ ਕਰਿਓ ਸਰ ਪਲੀਜ਼। ਦਿਆਲ ਸਿੰਘ ਥੋੜੀ ਇੱਕ ਛੋਟਾ ਜਿਹਾ ਸਵਾਲ ਹੈ, ਲੱਗ ਰਿਹਾ ਤੁਸੀਂ ਬੜੇ ਰਿਲੈਕਸ ਮੋਡ ਦੇ ਵਿੱਚ ਹੋ ਕਿ ਬਸ ਠੀਕ ਹੈ ਵਧੀਆ ਹੈ ਕਿ ਇਹ ਕਹਿਣਗੇ ਅਸੀਂ ਨਹੀਂ ਸੀਟਾਂ ਦੇਣੀਆਂ, ਵੈਸਟ ਬੰਗਾਲ ਵਾਲੇ ਕਹਿਣ ਅਸੀਂ ਨਹੀਂ ਸੀਟਾਂ ਦੇਣੀਆਂ, ਦਿੱਲੀ 'ਚ ਕਹਿਣ ਅਸੀਂ ਨਹੀਂ ਸੀਟਾਂ ਦੇਣੀਆਂ, ਹਰਿਆਣਾ 'ਚ ਕਾਂਗਰਸ ਕਵੇ ਅਸੀਂ ਨਹੀਂ ਸੀਟਾਂ ਦੇਣੀਆਂ, ਹਿਮਾਚਲ 'ਚ ਕਵੇ, ਤੁਸੀਂ ਲੱਗ ਰਿਹਾ ਰਿਲੈਕਸ ਹੈ ਠੀਕ ਹੈ ਆ ਹੋ ਰਿਹਾ, ਬੀਜੇਪੀ ਲੱਗ ਰਿਹਾ ਕਿ ਬਹੁਤ ਵਧੀਆ, ਇਹੀ ਸਮਝਿਆ ਜਾਵੇ ਬੀਜੇਪੀ ਦੇ ਐਂਗਲ ਤੋਂ। ਦੇਖੋ ਗੌਰਵ ਜੀ, ਜਿਹੜਾ ਫਤਵਾ ਦੇਣਾ ਹੁੰਦਾ ਉਹ ਜਨਤਾ ਨੇ ਦੇਣਾ ਹੁੰਦਾ ਜਨਤਾ ਤੱਕ ਜਿਹੜੀ ਸਰਕਾਰ ਦੇ ਕੰਮਾਂ ਦੀ ਜਿਹੜੀ ਪੜਚੋਲ ਕਰਕੇ ਉਹਨਾਂ ਨੇ ਵੋਟ ਦੇਣੀ ਹੁੰਦੀ ਹੈ। ਪਰ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦੇਵਾਂ ਕਿ ਜਿਹੜਾ ਆਮ ਆਦਮੀ ਪਾਰਟੀ ਗੱਠਜੋੜ ਸ਼ਰਤਾਂ ਦੇ ਆਧਾਰ ਤੇ ਕਾਂਗਰਸ ਨੂੰ ਉਹਨਾਂ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਗੱਲ ਕੀਤੀ, ਮੈਂ ਅੱਜ ਬੜੇ ਦਾਅਵੇ ਨਾਲ ਕਹਿਣਾ ਇਹ ਗੱਠਜੋੜ 24 ਦਾ ਨਹੀਂ ਹੈ। ਇਹ ਗੱਠਜੋੜ ਆਮ ਆਦਮੀ ਪਾਰਟੀ ਕੇਵਲ ਆਰਡੀਨੈਸ ਦੇ ਹਮਾਇਤ ਲੈਣ ਵਾਸਤੇ ਹੀ ਤਰਲੋਏ ਮੱਛੀ ਹੋ ਰਹੀ ਹੈ। ਔਰ ਮੈਂ ਤੁਹਾਨੂੰ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਸਭ ਤੋਂ ਪਹਿਲਾਂ ਗੱਠਜੋੜ ਦੇ ਚੋਂ ਬਾਹਰ ਆਮ ਆਦਮੀ ਪਾਰਟੀ ਨਹੀਂ ਆਉਣਾ। ਤੁਸੀਂ ਗੱਲ ਮੇਰੀ ਨੋਟ ਕਰ ਲਓ ਇੱਥੇ, ਇਹਨਾਂ ਨੂੰ ਕੋਈ ਚੌਕੀਦਾਰ ਨਹੀਂ ਹੈ। ਹਾਂ, ਤੇ ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹਿਣਾ ਹੈ ਗੌਰਵ ਜੀ ਕਿ 2024 ਦੇ ਵਿੱਚ ਤੀਸਰੀ ਵਾਰ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਜੀ ਬਣਨਗੇ, ਸਹੁੰ ਚੁੱਕਣਗੇ ਔਰ ਆਪਾਂ ਇਸੇ ਟੀਵੀ ਤੇ ਬੈਠ ਕੇ ਦੁਬਾਰਾ ਇਹਨਾਂ ਨਾਲ ਡਿਬੇਟ ਕਰਾਂਗੇ। ਚਲੋ ਆਏਗਾ ਟਾਈਮ ਸਰ, ਉਹ ਤਾਂ ਇਲੈਕਸ਼ਨ ਜੋ ਤੁਸੀਂ ਆਪ ਹੀ ਕਿਹਾ ਕਿ ਲੋਕਾਂ ਨੇ ਫੈਸਲਾ ਕਰਨਾ, ਫਤਵਾ ਲੋਕਾਂ ਨੇ ਦੇਣਾ, ਤਾਂ ਜਿਹੜੇ ਵੋਟ ਪਾਉਣਗੇ ਅੱਜ ਸੁਣ ਵੀ ਰਹੇ ਨੇ ਉਹ ਵੀ ਲਾਜ਼ਮੀ ਤੌਰ ਤੇ ਨਜ਼ਰ ਰੱਖ ਰਹੇ ਹੋਣਗੇ। ਅਹਿਬਾਬ ਗਰੇਵਾਲ ਜੀ ਫਾਈਨਲ ਕਮੈਂਟ ਤੁਹਾਡਾ ਬਹੁਤ ਛੋਟਾ ਜਿਹਾ ਸਰ ਰੱਖਿਓ, ਗੱਲ ਫਿਰ ਘੁੰਮ ਫਿਰ ਕੇ ਮੈਂ ਉਹੀ ਕਹਿ ਰਿਹਾ ਕਿ ਹਜੇ ਵੀ ਪਿਕਚਰ ਕਲੀਅਰ ਨਹੀਂ ਸਰ, ਸਾਡੇ ਵੱਲੋਂ ਸਪਸ਼ਟ ਹੈ ਇਹਨਾਂ ਦੋਵਾਂ ਨੂੰ ਖੁਸ਼ੀ ਵੰਡ ਲੈ। 37% ਵੋਟ ਸ਼ੇਅਰ ਛੋਟਾ ਜਿਹਾ ਕਿਉਂਕਿ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਫਿਰ ਵੀ ਐਡ ਕਰ ਦਵਾਂ। ਮੈਂ ਦੇਖ ਰਿਹਾ ਸੀਗਾ ਕਿ 2019 ਦੇ ਵਿੱਚ ਜਿਹੜੇ ਇਲੈਕਸ਼ਨ ਨੇ ਬੀਜੇਪੀ ਨੂੰ ਕਰੀਬ 37.5% ਵੋਟ ਪਈ ਹੈ, 303 ਸੀਟਾਂ ਸਿਰਫ ਬੀਜੇਪੀ ਨੂੰ। ਉਸ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਕਾਂਗਰਸ ਹੈ, 52 ਸੀਟਾਂ ਤਕਰੀਬਨ 20%, 19.5%। ਇਹ 19 ਤੋਂ 37 ਵਾਲਿਆਂ ਨੂੰ ਬੀਟ ਕਰਨਾ ਅਲੱਗ-ਅਲੱਗ ਚੋਣ ਲੜ ਕੇ ਬਹੁਤ ਮੁਸ਼ਕਿਲ ਨਜ਼ਰ ਆਉਂਦਾ ਹੈ ਜੇ ਇਕੱਠੇ ਨਹੀਂ ਹੁੰਦੇ। ਨਹੀਂ ਗੌਰਵ ਜੀ, ਇਹੀ ਤਾਂ ਇਸ ਦੇਸ਼ ਦੀ ਖੂਬਸੂਰਤੀ ਹੈ, ਇਹੀ ਤਾਂ ਇਸ ਦੇਸ਼ ਦੀ ਖੂਬਸੂਰਤੀ ਹੈ ਕਿ ਬੀਜੇਪੀ ਨੂੰ ਜਿੱਥੇ ਪਈ ਹੈ ਕਨਸੈਂਟਰੇਟਡ ਏਰੀਆ, ਜਿਹੜਾ ਬਾਕੀ ਦਾ ਦੇਸ਼ ਤੁਸੀਂ ਦੇਖੋ, ਸਟੇਟਾਂ ਦੇਖ ਲਓ ਉੱਤੋਂ ਲੈ ਕੇ ਥੱਲੇ ਥਾਈ, ਆ ਵਿਚਾਲੜੀ ਬੈਲਟ ਨੂੰ ਛੱਡ ਕੇ ਸਾਰੇ ਬੀਜੇਪੀ ਦੇ ਉਲਟ ਨੇ, ਇਹਦੇ ਚ ਵੀ ਇਹਨਾਂ ਦੇ ਉਲਟ ਬੈਠੇ। ਪ੍ਰਧਾਨ ਮੰਤਰੀ ਕਹਿੰਦੇ 250 ਸੀਟਾਂ ਜਿੱਥੇ 50% ਤੋਂ ਜ਼ਿਆਦਾ ਵੋਟਾਂ ਪੈ ਗਈਆਂ ਗੌਰਵ ਜੀ ਨੂੰ ਪੁੱਛੋ ਵੀ ਕੇਜਰੀਵਾਲ ਪੀਐਮ ਕੈਂਡੀਡੇਟ ਹੈ ਕਿ ਨਹੀਂ ਹੈ। ਗੌਰਵ ਜੀ ਨੂੰ ਇੱਕ ਸਵਾਲ ਪੁੱਛੋ ਕਿ ਪੀਐਮ ਕੈਂਡੀਡੇਟ ਹੈ ਕੇਜਰੀਵਾਲ। ਵੋਟ ਸ਼ੇਅਰ ਦਾ ਠੀਕ ਹੈ, ਤੁਹਾਡਾ ਸਵਾਲ ਪਹੁੰਚ ਗਿਆ ਹੋਏਗਾ। ਗਰੇਵਾਲ ਸਾਹਿਬ ਕੰਪਲੀਟ ਕਰ ਲਓ, ਆਪਾਂ ਕੰਕਲੂਡ ਕਰਨਾ ਹੈ ਸਰ, ਮੇਰੇ ਕੋਲ ਸਮਾਂ ਖਤਮ ਹੋ ਗਿਆ। ਗਰੇਵਾਲ ਜੀ ਤੁਸੀਂ ਦੋਵੇਂ ਭਰਾਵਾਂ ਕੋ 37% ਪੰਜਾਬ ਸੀ ਨਾ, ਵੋਟ ਸ਼ੇਅਰ ਇਕੱਠੇ ਹੋ ਜਾਓ, ਅੱਧੋ ਅੱਧ ਸੀਟਾਂ ਕਰ ਲਓ, ਤੁਹਾਨੂੰ ਤਾਂ ਦੇਖ ਲਾਂਗੇ। ਪਹਿਲੀ ਗੱਲ। ਦੂਜੀ ਗੱਲ, ਪ੍ਰਧਾਨ ਮੰਤਰੀ ਜੀ ਦੀ ਗੱਲ ਦਾ ਇਹ ਜਵਾਬ ਹੈ ਸਰ, ਹੁਣ ਇੰਡੀਆ ਦੱਸੂਗਾ, ਹੁਣ ਹਿੰਦੁਸਤਾਨ, ਹੁਣ ਭਾਰਤ ਦੱਸੂਗਾ ਕਿ ਤੁਸੀਂ ਜੋ ਵੰਡ ਕੀਤੀ ਹੈ, ਤੁਸੀਂ ਜੋ ਲੁੱਟ ਕੀਤੀ ਹੈ, ਤੁਸੀਂ ਜੋ ਖੋਹ ਕੀਤੀ ਹੈ, ਉਹਦਾ ਹਿਸਾਬ ਕਿਵੇਂ ਲਿਆ ਜਾਂਦਾ। ਐਂਡ ਅਸੀਂ ਆਪਣੇ ਸਿਧਾਂਤ ਤੇ ਖੜੇ ਆ, ਅਸੀਂ ਸਿਰਫ ਸਿਧਾਂਤ ਤੇ ਪ੍ਰਿੰਸੀਪਲ ਹੀ ਇਕੱਠੇ ਹੋਏ ਆ ਦੇਸ਼ ਲਈ, ਕਿਉਂਕਿ ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਤੇ ਦੇਸ਼ ਨੂੰ ਵੰਡ ਰਹੇ ਨੇ, ਤਾਂ ਅਸੀਂ ਇਕੱਠੇ ਹੋਏ ਆ ਐਂਡ ਜਿੱਤ ਕੇ ਦਿਖਾਵਾਂਗੇ ਦੇਖਣ ਤਾਂ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਗਰੇਵਾਲ ਸਾਹਿਬ, ਦਿਆਲ ਸਿੰਘ ਸੋਢੀ ਜੀ, ਹਰਜੀਤ ਭੁੱਲਰ ਜੀ ਔਰ ਰਾਜ ਸਿੰਘ ਗੁੱਜਰ ਜੀ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਸੀ। ਆਖਰੀ ਰਿਐਕਸ਼ਨ ਮੈਂ ਉਹਨਾਂ ਤੋਂ ਨਹੀਂ ਲੈ ਪਾਉਂਗਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਇਸ ਗੱਲਬਾਤ ਦੇ ਲਈ। ਕਹਿ ਰਿਹਾ ਸੀ ਪ੍ਰੋਗਰਾਮ ਦਾ ਨਾਮ ਰੱਖਿਆ ਕਿ ਅੱਜ ਜੋ ਆਪਾਂ ਨਾਮ ਰੱਖਿਆ ਕਿ ਗੱਲ ਬਣੀ ਜਾਂ ਨਹੀਂ ਬਣੀ, ਤਾਂ ਪੂਰੀ ਗੱਲਬਾਤ ਤੋਂ ਬਾਅਦ ਇੱਕ ਚੀਜ਼ ਤਾਂ ਬਹੁਤ ਕਲੀਅਰ ਨਜ਼ਰ ਆ ਰਹੀ ਹੈ ਕਿ ਗੱਲ ਬਣ ਜਾਣੀ ਇੰਨੀ ਵੀ ਸੌਖੀ ਨਜ਼ਰ ਨਹੀਂ ਆ ਰਹੀ। ਜੇ ਸੀਟ ਸ਼ੇਅਰਿੰਗ ਪੰਜਾਬ ਦੇ ਵਿੱਚ ਹੁੰਦਾ ਹੈ ਤਾਂ ਵੀ ਬਹੁਤ ਔਖਾ ਹੈ। ਸੋਚ ਕੇ ਦੇਖੋ ਕਿ ਜੇ ਸੀਟ ਸ਼ੇਅਰਿੰਗ ਹੁੰਦਾ ਹੈ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ 13 ਸੀਟਾਂ ਦੇ ਵਿੱਚੋਂ 7 ਦੇ ਉੱਤੇ ਇੱਕ ਪਾਰਟੀ ਲੜੇ, 6 ਦੇ ਉੱਤੇ ਇੱਕ ਪਾਰਟੀ ਲੜੇ, ਜਿਹੜੇ ਧੁਰ ਵਿਰੋਧੀ ਇਸ ਸਮੇਂ ਪੰਜਾਬ ਦੇ ਵਿੱਚ ਨੇ, ਕੀ ਇਕੱਠੇ ਇੱਕ ਸਟੇਜ ਦੇ ਉੱਤੇ ਨਜ਼ਰ ਆ ਸਕਦੇ? ਬਹੁਤ ਮੁਸ਼ਕਿਲ ਨਜ਼ਰ ਆਉਂਦਾ ਹੈ। ਹੁਣ ਪੁਆਇੰਟ ਇਹ ਵੀ ਹੈ ਕਿ ਜੇ ਟਾਪ ਦੀ ਲੀਡਰਸ਼ਿਪ ਇਕੱਠੀ ਇੱਕ ਸਟੇਜ ਦੇ ਉੱਤੇ ਨਜ਼ਰ ਆ ਰਹੀ ਹੈ, ਕੇਜਰੀਵਾਲ ਤੇ ਰਾਹੁਲ ਗਾਂਧੀ, ਤਾਂ ਕੀ ਉਸ ਦਾ ਇੰਪੈਕਟ ਜਾਂ ਉਸ ਦਾ ਅਸਰ ਪੰਜਾਬ ਦੇ ਉੱਤੇ ਨਹੀਂ ਹੋਏਗਾ? ਆਮ ਤੌਰ ਤੇ ਹੁੰਦਾ ਹੈ, ਜਦੋਂ ਟਾਪ ਲੀਡਰਸ਼ਿਪ ਇੱਕ ਸਟੇਜ ਤੇ ਹੋਵੇ ਤਾਂ ਫਿਰ ਜਿਹੜੀ ਸੂਬਾ ਇਕਾਈ ਦੀ ਲੀਡਰਸ਼ਿਪ ਹੁੰਦੀ ਹੈ ਉਹ ਵੀ ਇੱਕ ਸਟੇਜ ਦੇ ਉੱਤੇ ਨਜ਼ਰ ਆ ਹੀ ਜਾਂਦੀ ਹੈ। ਫਰਜ਼ ਕਰਕੇ ਦੇਖੋ ਕਿ ਰਾਹੁਲ ਗਾਂਧੀ ਪੰਜਾਬ ਆਏ ਹੋਏ ਨੇ, ਕੇਜਰੀਵਾਲ ਵੀ ਪੰਜਾਬ ਆ ਜਾਣ, ਉਹ ਇੱਕ ਸਟੇਜ ਤੇ ਨਜ਼ਰ ਆਉਣਗੇ, ਤਾਂ ਕੀ ਪ੍ਰਤਾਪ ਬਾਜਵਾ ਜਾਂ ਰਾਜਾ ਵੜਿੰਗ ਨਹੀਂ ਜਾਣਗੇ ਉਸ ਸਟੇਜ ਦੇ ਉੱਤੇ ਰਾਹੁਲ ਗਾਂਧੀ ਦੇ ਕੋਲ? ਜਾਂ ਫਿਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਨਾਲ ਉਸ ਸਟੇਜ ਦੇ ਉੱਤੇ ਕੀ ਭਗਵੰਤ ਮਾਨ ਜਾਂ ਹਰਪਾਲ ਚੀਮਾ ਨਹੀਂ ਜਾਣਗੇ? ਮੁਸ਼ਕਿਲ ਨਜ਼ਰ ਆਉਂਦਾ ਹੈ। ਸਿਆਸਤ ਹੈ, ਹੋ ਕੁਝ ਵੀ ਸਕਦਾ ਹੈ, ਪਰ ਦਿਲਚਸਪ ਇਸ ਵਾਰ ਪੰਜਾਬ ਦੀ ਸਿਆਸਤ ਜ਼ਰੂਰ ਨਜ਼ਰ ਆ ਰਹੀ ਹੈ।